ਬਈ ਇਹ ਖਾਲਿਸਤਾਨ ਕੀ ਹੈ, ਇਹ ਚੰਗਾ ਹੈ ਸਿੱਖਾਂ ਦੇ ਲਈ ਜਾਂ ਮਾੜਾ ਹੈਗਾ, ਇਹ ਕਿਵੇਂ ਜੇ ਸ਼ੁਰੂ ਹੋਇਆ ਹੈਗਾ, ਕਿਹਦੀ ਦੇਣ ਹੈਗੀ ਹੈ। ਅੱਜ ਕੱਲ੍ਹ ਜਿਹੜੇ ਇਹਦੇ ਨਾਂ ਦੇ ਉੱਤੇ ਦੁਕਾਨਦਾਰੀਆਂ ਪਾਈ ਜਾਂਦੇ ਹੈਗੇ, ਨਫ਼ਰਤਾਂ ਪੈਦਾ ਕਰਦੇ ਹੈਗੇ ਨੇ, ਰੈਡੀਕਲਾਈਜੇਸ਼ਨ ਕਰੀ ਜਾਂਦੇ ਹੈਗੇ ਨੇ, ਦੇਸ਼ ਤੋੜਨ ਦੀ ਗੱਲ ਕਰਦੇ ਹੈਗੇ ਨੇ। ਸਾਡੇ ਇੱਥੇ ਚ ਬੈਠ ਕੇ ਹੈਗੇ ਜਿਨ੍ਹਾਂ ਨੇ ਸਾਡੀ ਇੱਥੇ ਗਲਾ ਘੁੱਟਣ ਤੇ ਆਏ ਹੋਏ ਹੈਗੇ ਨੇ, ਸਾਡੀ ਕੌਮ ਦਾ ਜਿਹੜਾ ਹੈਗੇ ਜਿਹੜੀ 90% 99% ਜਿਹੜੀ ਇੱਥੇ ਸਾਇਲੈਂਟ ਮੈਜੋਰਿਟੀ ਹੈਗੀ ਹੈ, ਤੇ ਜਿਨ੍ਹਾਂ ਜ਼ਖਮਾਂ ਤੇ ਮਲਮ ਲੱਗਣੀ ਜ਼ਰੂਰੀ ਹੈ। ਪਰ ਪੰਜਾਬ ਦੇ ਲੋਕ ਬਾਰ-ਬਾਰ, ਤੁਸੀਂ ਜਿਹੜੀ ਪੰਜਾਬ ਦੀ ਜਿਹੜੀ ਇਲੈਕਸ਼ਨ ਆ ਉਹ ਵੇਖ ਲਓ 30-35 ਸਾਲ ਦੀ, ਉਹਦੇ ਵਿੱਚ ਲੋਕ ਬਾਰ-ਬਾਰ, ਲੋਕਾਂ ਦੇ ਵਿੱਚ ਦਰਦ ਤਾਂ ਹੈ ਅਜੇ ਵੀ, ਪਰ ਲੋਕ ਜਿਹੜਾ ਖਾਲਿਸਤਾਨ ਦਾ ਜਿਹੜਾ ਆਈਡੀਆ ਵਾ ਉਹ ਲੋਕ ਰਿਜੈਕਟ ਕਰਦੇ ਰਹੇ ਆ। ਉਹ ਮੈਜੋਰਿਟੀ ਨੇ ਰਿਜੈਕਟ ਕੀਤਾ। ਔਰ ਹਾਲਾਤ ਇਹ ਨੇ, ਪੰਜਾਬ ਦੇ ਜਿਹੜੇ 13,000 ਪਲੱਸ ਪਿੰਡ ਨੇ ਉਹਦੇ ਵਿੱਚ ਕਿਸੇ ਵੀ ਸਮੇਂ ਖਾਲਿਸਤਾਨੀਆਂ ਦੀ ਇੰਨੀ ਗਿਣਤੀ ਨਹੀਂ ਸੀ ਖਾਲਿਸਤਾਨ ਦੀ ਮੰਗ ਵਾਲਿਆਂ ਦੀ, ਔਰ ਅੱਜ ਵੀ ਨਹੀਂ ਕਿ ਉਹ ਇੱਕ ਪਿੰਡ 'ਚ ਪੰਚਾਇਤ ਬਣਾ ਸਕਣ। ਤੁਸੀਂ ਸੁਣਿਆ ਹੈਗਾ ਵੀ ਹਾਂ ਵੀ ਉਹਨੇ ਆਪਣਾ ਪੁੱਤ ਇੱਥੋਂ ਭੇਜਿਆ ਹੈਗਾ ਬਾਹਰਲੀ ਦੁਨੀਆ ਦੇ ਵਿੱਚ। ਔਰ ਦੂਜੀ ਗੱਲ, ਨਾਟ ਓਨਲੀ ਕਿ ਜਿਨ੍ਹਾਂ ਦੇ ਪੁੱਤਾਂ ਨੂੰ ਇਹ ਉੱਥੇ ਮਰਵਾ ਰਹੇ ਹੈਗੇ ਨੇ, ਜਿਨ੍ਹਾਂ ਨੂੰ ਕਹਿੰਦੇ ਨੇ ਮੈਂ ਤੁਹਾਨੂੰ ਆਈਫੋਨ ਦੇ ਦੂੰ, ਤੁਸੀਂ ਆਹ ਕਰ ਦਿਓ, ਮੈਂ ਤੁਹਾਨੂੰ ਐਂ ਕਰ ਦੂੰ, ਤੁਸੀਂ ਤੁਹਾਨੂੰ $1 ਮਿਲੀਅਨ ਦੇ ਦੂੰਗਾ ਹੈਗਾ। ਔਰ ਇਹ ਗੱਲ ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਆਪਾਂ ਕੋਈ ਸੁਣੀ ਸੁਣਾਈ ਗੱਲ ਕਰਦੇ ਹੈਗੇ ਜਾਂ ਝੂਠ ਬੋਲਦੇ ਆ ਜਾਂ ਕੋਈ ਪ੍ਰੋਪੋਗੰਡਾ ਕਰਦੇ ਹੈਗੇ ਆ। ਤੁਸੀਂ ਇਹ ਤਾਂ ਸ਼ਰੇਆਮ ਉਹ ਤਾਂ ਐਡਵਰਟਾਈਜ਼ ਕਰਦੇ ਹੈਗੇ ਨੇ, ਸੋਸ਼ਲ ਮੀਡੀਆ ਦੇ ਉੱਤੇ ਪੋਸਟਰ ਬਣਾ ਕੇ ਪਾਉਂਦੇ ਹੈਗੇ ਨੇ ਵੀ ਜੇ ਤੁਸੀਂ 26 ਜਨਵਰੀ ਨੂੰ ਉੱਥੇ ਝੰਡਾ ਚੜਾਓਗੇ ਹੈਗੇ ਤੁਹਾਨੂੰ ਅਸੀਂ ਇੱਥੇ ਇੰਨੇ ਹਜ਼ਾਰ ਦੇਵਾਂਗੇ, ਜੇ ਤੁਸੀਂ ਮੋਦੀ ਨੂੰ ਉੱਥੇ ਰੋਕੋਗੇ ਤੁਹਾਨੂੰ ਇੱਥੇ $10,000 ਮਿਲੂਗਾ ਹੈਗਾ, ਜੇ ਤੁਸੀਂ 5 ਸਟੇਟਾਂ ਦੇ ਮੁੱਖ ਮੰਤਰੀ ਨੂੰ ਹਟਾਓਗੇ ਤਾਂ ਤੁਸੀਂ ਹੋਊਗਾ, ਜੇ ਤੁਸੀਂ ਉੱਥੇ ਮੋਗੇ ਦੇ ਜਾਂ ਕਿਸੇ ਵੀ ਉੱਥੇ ਸਰਕਾਰੀ ਬਿਲਡਿੰਗ ਤੇ ਝੰਡਾ ਚੜਾਓਗੇ ਹੈਗੇ ਫਿਰ ਤੁਹਾਨੂੰ ਇੰਨਾ ਦੇਊਗਾ ਹੈਗਾ। ਬੇਸ਼ੱਕ ਕਹਿ ਜ਼ਰੂਰ ਰਹੇ ਨੇ, ਆਖ ਰਹੇ ਨੇ ਕਿ ਅਸੀਂ ਸਿੱਖਾਂ ਵਾਸਤੇ ਲੜ ਰਹੇ ਹਾਂ, ਪਰ ਲੜਾਈ ਕਿਸੇ ਹੋਰ ਦੀ ਲੜ ਰਹੇ ਨੇ। ਨੇਬਰਿੰਗ ਸਟੇਟ ਜਿਹੜੀ ਸਾਡੀ ਡੀਪ ਸਟੇਟ ਆ ਉਹਦੀ ਜਿਹੜੀ ਪ੍ਰੋਕਸੀ ਵਾਰ ਆ ਉਹਨੂੰ ਲੜ ਰਹੇ ਨੇ। ਜਿਹੜਾ ਆਮ ਆਦਮੀ ਆ, ਆਮ ਜਿਹੜਾ ਸਿੱਖ ਆ, ਉਹਦੇ ਮਨ 'ਚ ਬੜੇ ਗਿਲੇ ਨੇ, ਉਹਦੇ ਮਨ 'ਚ ਜਿਹੜੀਆਂ ਸਿੱਖਾਂ ਨਾਲ ਜ਼ਿਆਦਤੀਆਂ ਹੋਈਆਂ ਨੇ ਉਹਦੇ ਦਿਲ 'ਚ ਅਜੇ ਵੀ ਸੁਲਗਦੀਆਂ ਨੇ, ਉਹਦਾ ਅੰਦਰ ਅਜੇ ਵੀ ਲਹੂ ਲੁਹਾਨ ਆ। ਪਰ ਉਹ ਜਿਹੜਾ ਖਾਲਿਸਤਾਨ ਦਾ ਇੱਕ ਵੱਖਰੇ ਮੁਲਕ ਵਾਲੀ ਹਾਮੀ ਨਹੀਂ ਭਰਦਾ ਆਮ ਬੰਦਾ, ਉਹਦੇ ਤੋਂ ਫਾਸਲਾ ਰੱਖਦਾ। ਪਿਛਲੇ 30 ਸਾਲ ਦੀਆਂ ਇਲੈਕਸ਼ਨਾਂ ਦਾ ਜਿਹੜਾ ਇਤਿਹਾਸ ਹੈ ਉਹ ਆਪਣੇ ਆਪ 'ਚ ਗਵਾਹੀ ਦਿੰਦਾ ਇਸ ਗੱਲ ਦੀ। ਲੋਕਾਂ ਦੇ ਮਨ 'ਚ ਰੋਸ ਜ਼ਰੂਰ ਹੈ, ਪਰ ਲੋਕ ਇੱਕ ਵੱਖਰਾ ਮੁਲਕ ਨਹੀਂ ਚਾਹੁੰਦੇ ਭਾਰਤ ਨਾਲੋਂ ਟੁੱਟ ਕੇ। ਉਹ ਸਿਰਫ ਇਹਨਾਂ ਹੀ ਲੋਕਾਂ ਦਾ ਪ੍ਰਾਪੇਗੰਡਾ। ਔਰ ਇਹਦਾ ਸਭ ਤੋਂ ਵੱਡਾ ਸਬੂਤ ਇਹ ਆ ਕਿ ਇਹਨਾਂ ਨੂੰ ਪ੍ਰਾਪੇਗੰਡੇ ਵਾਸਤੇ ਵੀ ਬੰਦੇ ਹਾਇਰ ਕਰਨੇ ਪੈ ਰਹੇ ਆ, ਕਿ ਉਹਨਾਂ ਨੂੰ ਇਨਸੈਂਟਿਵ ਦੇਣੇ ਪੈਂਦੇ ਆ ਵੀ ਤੁਸੀਂ ਆਹ ਕੰਮ ਕਰੋ, ਅਸੀਂ ਤੁਹਾਨੂੰ ਪੈਸੇ ਦੇਵਾਂਗੇ। ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਸੁਖੀ ਚਹਿਲ ਤੇ ਤੁਸੀਂ ਦੇਖ ਰਹੇ ਹੋ ਦੀ ਖਾਲਸਾ ਟੂਡੇ। ਅੱਜ ਇੱਥੇ ਫਿਰ ਅਸੀਂ ਇੱਕ ਵਾਰੀ ਫਿਰ ਸੈਨ ਹੋਜ਼ੇ ਕੈਲੀਫੋਰਨੀਆ ਦੀ ਧਰਤੀ ਦੇ ਉੱਤੇ ਕੁਛ ਤੁਹਾਡੇ ਨਾਲ ਵਿਚਾਰ ਵਟਾਂਦਰਾ ਜਿਹੜਾ ਸਾਂਝਾ ਕਰ ਰਹੇ ਹੈਗੇ ਆ। ਮੇਰੇ ਨਾਲ ਨੇ ਮੇਰੇ ਬਹੁਤ ਹੀ ਪੁਰਾਣੇ ਮਿੱਤਰ ਟੋਨੀ ਬਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਲ ਸਾਹਿਬ, ਬਹੁਤ ਲੋਕਾਂ ਦਾ ਜਦੋਂ ਵੀ ਤੁਸੀਂ ਕਿਤੇ ਬਾਹਰ ਜਾਂਦੇ ਹੈਗੇ ਹੋ, ਸਪੈਸ਼ਲੀ ਤੁਸੀਂ ਦੁਨੀਆ ਦੇ ਹੋਰ ਕੋਨਿਆਂ 'ਚ ਜਾਂਦੇ ਹੈਗੇ ਹੋ ਜੀ, ਭਾਰਤ ਦੇ ਵਿੱਚ ਵੀ ਜਾਂਦੇ ਹੈਗੇ, ਇੰਡੀਆ ਜਾਂਦੇ ਹੋ, ਪੰਜਾਬ ਜਾਂਦੇ ਹੈਗੇ ਹੋ ਜੀ, ਉੱਥੇ ਲੋਕਾਂ ਨੂੰ ਕਈ ਵਾਰੀ ਤੁਸੀਂ ਪੁੱਛਦੇ ਹੈਗੇ ਹੋ ਵੀ ਉਹ ਖਾਲਿਸਤਾਨ ਬਾਰੇ ਤੁਹਾਡਾ ਕੀ ਹੈਗਾ ਜੀ, ਖਾਲਿਸਤਾਨ ਕੀ। ਉਹ ਲੋਕੀ ਉੱਥੇ ਤੁਹਾਡੇ ਵੱਲ ਬੜੀ ਹੈਰਾਨਗੀ ਨਾਲ ਉਹ ਦੇਖਦੇ ਹੈਗੇ ਨੇ ਵੀ ਇਹ ਕਿਹੜੀ ਦੁਨੀਆ 'ਚੋਂ ਆਏ ਹੈਗੇ ਨੇ ਤੇ ਕੀ ਗੱਲ ਕਰ ਰਹੇ ਹੈਗੇ ਨੇ। ਜਦੋਂ ਕਿ ਬਾਹਰ ਆਪਾਂ ਤੁਸੀਂ ਦੇਖਦੇ ਹੈਗੇ ਹੋ ਇੱਥੇ ਹਰ ਰੋਜ਼ ਜਿਹੜੀ ਖਾਲਿਸਤਾਨ ਦੇ ਝੰਡੇ ਹੁੰਦੇ ਹੈਗੇ ਨੇ, ਖਾਲਿਸਤਾਨ ਦੀਆਂ ਵੋਟਾਂ ਪੈ ਰਹੀਆਂ ਹੈਗੇ ਨੇ, ਖਾਲਿਸਤਾਨ ਦੇ ਰੈਫਰੈਂਡਮ, ਅਸੀਂ ਅਲੱਗ ਕੰਟਰੀ ਲੈਣਾ ਹੈਗਾ। ਉਹ ਕਹਿੰਦੇ ਨੇ ਜੀ ਉੱਥੇ ਪੰਜਾਬ ਦੇ ਲੋਕੀ ਜਿਹੜੇ ਹੈਗੇ ਨੇ ਉਹ ਆਕੂਪਾਈਡ ਹੈਗੇ ਨੇ, ਜਿਹੜੇ ਕਿ ਉਹ ਸਪਰੈਸ਼ਨ ਹੋ ਰਹੀ ਹੈਗੀ ਹੈ। ਤੁਹਾਡਾ, ਕਿਉਂਕਿ ਤੁਸੀਂ 30 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਜੀ, ਤੁਸੀਂ ਵੀ ਮੇਰੇ ਵਾਂਗੂ ਕਾਫੀ ਵਿਚਰਦੇ ਹੈਗੇ ਹੋ ਔਰ ਪੰਗੇ ਲੈਣ ਦੀ ਤੁਹਾਨੂੰ ਵੀ ਮੇਰੇ ਵਾਂਗੂ ਕਾਫੀ ਆਦਤ ਹੈਗੀ ਹੈ ਸੁੱਖ ਨਾਲ ਨਾ। ਔਰ ਆਪਾਂ ਸੈਕਰੀਫਾਈ ਵੀ ਕਾਫੀ ਕਰ ਚੁੱਕੇ ਹੈਗੇ ਹਾਂ। ਟੈਗ ਤੁਹਾਡੇ ਤੇ ਵੀ ਕਾਫੀ ਲੱਗੇ ਹੈਗੇ ਨੇ, ਮੇਰੇ ਤੇ ਵੀ ਲੱਗੇ ਹੈਗੇ ਨੇ, ਔਰ ਜਿਹੜੇ ਕਿ ਅਕਸਰ ਲੱਗਦੇ ਹੁੰਦੇ ਨੇ ਹਰ ਇੱਕ ਬੰਦੇ ਤੇ, ਜਿਹੜੇ ਕਿ ਇਹਨਾਂ ਕੋਲੇ ਹੋਰ ਕੋਈ ਹਥਿਆਰ ਨਹੀਂ ਹੁੰਦਾ, ਬੰਦੇ ਤੇ ਟੈਗ ਲਾ ਦਿਓ ਜੀ ਇਹ ਤਾਂ ਜੀ ਏਜੰਸੀਆਂ ਦਾ ਬੰਦਾ, ਗਦਾਰ ਬੰਦਾ ਹੈਗਾ ਜੀ। ਤੁਹਾਡੇ ਹਿਸਾਬ ਨਾਲ ਓਨੈਸਟਲੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਸਾਡੇ ਜਿਹੜੇ ਸਰੋਤੇ ਹੈਗੇ ਨੇ ਉਹਨਾਂ ਨੂੰ ਤੁਸੀਂ ਦੱਸੋ, ਕਿਤੇ ਵੀ ਦੁਨੀਆ ਦੇ ਵਿੱਚ ਕਿਸੇ ਉਹਦੇ ਵਿੱਚ ਸੁਣਦੇ ਹੋਣਗੇ ਬਈ ਇਹ ਖਾਲਿਸਤਾਨ ਕੀ ਹੈ, ਇਹ ਚੰਗਾ ਹੈ ਸਿੱਖਾਂ ਦੇ ਲਈ ਜਾਂ ਮਾੜਾ ਹੈਗਾ, ਇਹ ਕਿਵੇਂ ਜੇ ਸ਼ੁਰੂ ਹੋਇਆ ਹੈਗਾ, ਕਿਹਦੀ ਦੇਣ ਹੈਗੀ ਹੈ। ਅੱਜ ਕੱਲ੍ਹ ਜਿਹੜੇ ਇਹਦੇ ਨਾਂ ਦੇ ਉੱਤੇ ਦੁਕਾਨਦਾਰੀਆਂ ਪਾਈ ਜਾਂਦੇ ਹੈਗੇ, ਨਫ਼ਰਤਾਂ ਪੈਦਾ ਕਰਦੇ ਹੈਗੇ ਨੇ, ਰੈਡੀਕਲਾਈਜੇਸ਼ਨ ਕਰੀ ਜਾਂਦੇ ਹੈਗੇ ਨੇ, ਦੇਸ਼ ਤੋੜਨ ਦੀ ਗੱਲ ਕਰਦੇ ਹੈਗੇ ਨੇ। ਸਾਡੇ ਇੱਥੇ ਚ ਬੈਠ ਕੇ ਹੈਗੇ ਜਿਨ੍ਹਾਂ ਨੇ ਸਾਡੀ ਇੱਥੇ
ਗਲਾ ਘੁੱਟਣ ਤੇ ਆਏ ਹੋਏ ਹੈਗੇ ਨੇ ਸਾਡੀ ਕੌਮ ਦਾ ਜਿਹੜਾ ਹੈਗੇ ਜਿਹੜੇ 90% 99% ਜਿਹੜੀ ਇੱਥੇ ਸਾਇਲੈਂਟ ਮੈਜੋਰਿਟੀ ਹੈਗੀ ਹੈ। ਤੁਹਾਡਾ ਇਹਨਾਂ ਚੀਜ਼ਾਂ ਬਾਰੇ ਕੀ ਵਿਚਾਰ ਹੈਗਾ ਵੀ ਸਾਡੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਕੀ ਦੇਖਦੇ ਹੈਗੇ ਹੋ ਕਿ ਇਹ ਸਿੱਖਾਂ ਲਈ ਚੰਗਾ ਹੈਗਾ ਜਾਂ ਮਾੜਾ ਹੈਗਾ ਜਿਹੜੇ ਹਿਸਾਬ ਨਾਲ ਅਸੀਂ ਸਟੇਟ ਦੇ ਨਾਲ ਪੰਗਾ ਲਈ ਬੈਠੇ ਹੈਗੇ ਹਾਂ। ਮੈਂ ਤੁਹਾਨੂੰ ਕਾਫੀ ਕੁਐਸਚਨ ਕਰ ਦਿੱਤੇ ਹੈਗੇ, ਮੈਂ ਤੁਹਾਨੂੰ ਬੋਦਰ ਨਹੀਂ ਕਰਨਾ ਚਾਹੁੰਦਾ, ਪਲੀਜ਼ ਦਿਲ ਖੋਲ ਕੇ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਿਓ ਜੀ। ਜਿੱਥੋਂ ਤੱਕ ਚਾਹਲ ਸਾਹਿਬ ਸਿੱਖਾਂ ਵਿੱਚ ਰਾਜ ਦੀ ਲਲਕਿਆ, ਹਾਂਜੀ, ਇਹ ਕਿਉਂਕਿ ਸਿੱਖੀ ਦਾ ਜਿਹੜਾ ਜਨਮ ਆ ਉਹ ਔਖੇ ਵਕਤਿਆਂ ਵਿੱਚ ਹੋਇਆ, ਜਿਹੜੀ ਅਪਰੈਸ਼ਨ ਦੇ ਵਿੱਚੋਂ ਹੋਇਆ, ਜਿਹੜੀ ਮੁਗਲੀਆ ਜਿਹੜੀ ਸਲਤਨਤ ਸੀ ਉਹਦੇ ਵਿੱਚੋਂ ਜਿਹੜਾ ਇੱਕ ਮਜੀਦ ਕਿਸਮ ਦੇ ਦਬਾਅ ਦੇ ਵਿੱਚੋਂ ਹੋਇਆ। ਸਿੱਖਾਂ ਨੇ ਆਪਣੀ ਹੋਂਦ, ਆਪਣੇ ਵਜੂਦ ਨੂੰ ਕਾਇਮ ਰੱਖਣ ਵਾਸਤੇ ਸਾਡੇ ਪੁਰਖਿਆਂ ਨੇ, ਸਾਡੇ ਵੱਡਿਆਂ ਨੇ, ਸਾਡੇ ਆਬਾ ਅਜਦਾਦ ਨੇ ਕੋਈ ਸਦੀ, ਡੇਢ ਸਦੀ, ਲਗਭਗ ਪੂਰੀ ਇੱਕ ਸਦੀ ਘੋੜਿਆਂ ਦੀਆਂ ਕਾਠੀਆਂ ਤੇ ਲੰਘਾਈ। ਔਰ ਉਸ ਸਦੀ ਤੋਂ ਬਾਅਦ ਮਹਾਰਾਜਾ ਸਾਹਿਬ ਵਰਗਾ ਸਾਨੂੰ ਆਗੂ ਮਿਲਦਾ, ਸ਼ੇਰੇ ਪੰਜਾਬ ਰਣਜੀਤ ਸਿੰਘ ਵਰਗਾ, ਤੇ ਸਾਡਾ ਰਾਜ, ਸਾਡੀ ਆਪਣੀ ਚੱਲਦੀ ਹੈ। ਹਾਂ, ਖਾਲਸਾ ਰਾਜ ਚੱਲਦਾ, ਸਾਡੀ ਇੱਕ ਹੋਂਦ, ਸਾਡੀ ਸ਼ਨਾਖਤ, ਸਾਡਾ ਇੱਕ ਵਜੂਦ ਜਿਹੜਾ ਦਰਜ ਹੁੰਦਾ ਜਿਹੜੀ ਦੁਨੀਆ ਦੀ ਸਟੇਜ ਦੇ ਵਿੱਚ। ਔਰ ਉਹਦੇ ਤੋਂ ਬਾਅਦ ਜਿਹੜੀ ਬਰਤਾਨਵੀ ਹਕੂਮਤ ਆਉਂਦੀ ਆ ਔਰ ਅਸੀਂ ਆਪਣਾ ਜਿਹੜਾ ਉਹ ਰਾਜ ਸਾਡਾ ਗੁਆਚ ਜਾਂਦਾ। ਜਿਹੜਾ ਗੁਰੂ ਦਾ ਵੀ ਸਿੱਖਾਂ ਨੂੰ ਹੁਕਮ ਹੈ ਕਿ ਇਨ ਗਰੀਬ ਸਿੱਖਨ ਕੋ ਦਊਂ ਪਾਤਸ਼ਾਹੀ, ਜਿਹੜਾ ਸਿੱਖ ਫਲਸਫਾ ਵੀ ਕਹਿੰਦਾ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਜਾਂ ਉਹ ਤਗਲੇ ਪਾਵਾ, ਜਿਵੇਂ ਕਿਹਾ ਜਾਂਦਾ ਵੀ ਸਿੱਖ ਜਾਂ ਬਾਗੀ ਆ ਜਾਂ ਬਾਦਸ਼ਾਹ। ਸੋ ਜਿਹੜੀ ਸਿੱਖ ਰਾਜ ਦੀ ਜਿਹੜੀ ਲਲਕਿਆ ਉਹ ਜਿਹੜੀ ਸਿੱਖਾਂ ਦੇ ਹੋਂਦ, ਸਿੱਖਾਂ ਦੇ ਵਜੂਦ ਵਿੱਚੋਂ ਨਿਕਲਦੀ ਆ। ਪਰ ਜਿੱਥੋਂ ਤੱਕ ਖਾਲਿਸਤਾਨ ਦਾ ਸੰਬੰਧ ਆ, ਇੱਕ ਡ੍ਰੀਮ ਸੈਲਿੰਗ ਆ। ਇਹ ਇੱਕ ਤਰ੍ਹਾਂ ਦਾ ਬਹੁਤ ਹੱਦ ਤੱਕ ਬਿਜ਼ਨਸ ਬਣ ਚੁੱਕਾ। ਜਿਹੜੀਆਂ 84 ਦੇ ਵਿੱਚ ਜਿਹੜਾ ਉਸ ਸਮੇਂ ਦੀ ਜਿਹੜੀ ਤਤਕਾਲੀ ਪ੍ਰਧਾਨ ਮੰਤਰੀ ਸੀ, ਉਹਦੀ ਪੰਜਾਬ ਪ੍ਰਤੀ, ਖਾਸ ਕਰ ਸਿੱਖਾਂ ਪ੍ਰਤੀ ਜਿਹੜੀ ਨਫ਼ਰਤ ਆ, ਉਹਦਾ ਜਿਹੜਾ ਵਰਤਾਰਾ ਸੀ, ਉਹਦੇ ਵਿੱਚੋਂ ਜਿਹੜਾ ਦੁਖਾਂਤ ਨਿਕਲਿਆ, ਉਸ ਦੁਖਾਂਤ ਚੋਂ ਜਿਹੜੇ ਲਹੂ ਲੁਹਾਨ ਹੋਏ ਜਿਹੜੇ ਸਿੱਖ ਨੇ, ਜਿਹੜੇ ਹਾਲੇ ਵੀ ਜਿਨ੍ਹਾਂ ਦੇ ਅੰਦਰ ਰਿਸਦੇ ਨੇ, ਅੰਦਰੋਂ ਜ਼ਖਮ ਰਿਸਤੇ ਨੇ, ਉਹ ਬੰਦੇ ਜਿਨ੍ਹਾਂ ਨੇ ਜਲਾਵਤ ਨਹੀਂ ਕੱਟੀ ਹੈ। ਇੱਕ ਤੇ ਖਾਲਿਸਤਾਨੀ ਉਹ ਨੇ ਬੰਦੇ ਜਿਨ੍ਹਾਂ ਬੰਦੇ ਨੇ ਹਕੂਮਤੀ ਜ਼ਬਰ ਵੇਖਿਆ। ਦੂਸਰੇ ਖਾਲਿਸਤਾਨੀ ਨੇ ਜਿਹੜੀ ਦੂਸਰੀ ਧਿਰ ਉਹ ਆ ਜਿਹੜੇ ਬਿਜ਼ਨਸ ਮਾਈਂਡਡ ਲੋਕ ਨੇ, ਜਿਨ੍ਹਾਂ ਦਾ ਨਾ ਕੋਈ ਲੈਣਾ ਦੇਣਾ ਇਹਦੇ ਨਾਲ, ਜਾਂ ਕੋਈ ਉਹਨਾਂ ਨੂੰ ਨਾ ਕੋਈ ਸੇਕ ਲੱਗਿਆ ਉਹਨਾਂ ਨੂੰ। ਉਹਨਾਂ ਬੰਦਿਆਂ ਵਾਸਤੇ ਇੱਕ ਦੁਕਾਨਦਾਰੀ, ਇੱਕ ਖਾਲਿਸਤਾਨ, ਇੱਕ ਬ੍ਰਾਂਡ ਨੇਮ ਆ। ਔਰ ਜ਼ਿਆਦਾਤਰ ਲੋਕ ਉਹੀ ਸਰਗਰਮ ਨੇ, ਜਿਹੜੇ ਵਿਦੇਸ਼ਾਂ ਦੇ ਵਿੱਚ ਤੁਹਾਨੂੰ ਜ਼ਿਆਦਾਤਰ ਉਹੀ ਲੋਕ ਮਿਲਣਗੇ। ਔਰ ਉਹਨਾਂ ਦੀ ਜਿਹੜੀ ਹਿਪੋਕ੍ਰੇਸੀ ਤੁਹਾਨੂੰ ਥਾਂ ਥਾਂ ਤੇ ਵੇਖਣ ਨੂੰ ਮਿਲੇਗੀ। ਜਿੱਥੇ ਤੱਕ ਪੰਜਾਬ ਦੇ ਲੋਕ ਨੇ, ਪੰਜਾਬ ਦੇ ਲੋਕਾਂ ਦੇ ਬਹੁਤ ਗਿਲੇ ਨੇ ਇੰਡੀਅਨ ਸਟੇਟ ਨਾਲ, ਭਾਰਤੀ ਇੰਤਜ਼ਾਮੀਏ ਦੇ ਨਾਲ। ਪੰਜਾਬ ਨੂੰ ਜਾਣ ਬੁੱਝ ਕੇ ਬਲਦੀ ਦੇ ਬੁੱਥੇ ਵਿੱਚ ਝੋਕਿਆ ਗਿਆ। ਗੁਰੂ ਰਾਮਦਾਸ ਪਾਤਸ਼ਾਹ ਦੇ ਜਿਹੜਾ ਪਵਿੱਤਰ ਸਥਾਨ ਆ, ਉਹਦੇ ਤੇ ਫੌਜ ਦੇ ਜਰਨੈਲਾਂ ਦੀ ਜਿਹੜੀ ਵਾਰਨਿੰਗਾਂ ਨੂੰ ਇਗਨੋਰ ਕਰਕੇ ਜਿਹੜੀ ਵਕਤ ਦੀ ਪ੍ਰਧਾਨ ਮੰਤਰੀ ਸੀ, ਉਹਨੇ ਫੌਜਾਂ ਚਾੜੀਆਂ। ਸਾਡਾ ਜਿਹੜਾ ਵਿਰਸਾ ਸੀ, ਜਿਹੜੇ ਸਾਡੇ ਗੁਰੂ ਪਾਤਸ਼ਾਹਾਂ ਦੇ ਸਾਡੇ ਨਾਮ ਮੋਹ ਭਿੱਜੇ ਸੰਬੋਧਨ ਸੀਗੇ, ਸਾਡੇ ਜਿਹੜੇ ਇਤਿਹਾਸਕ ਗ੍ਰੰਥ ਸੀਗੇ, ਉਹ ਸਾੜ ਦਿੱਤੇ ਗਏ, ਲਾਇਬ੍ਰੇਰੀ ਲੁੱਟ ਲਈ ਗਈ। ਸਾਡੇ ਜਿਹੜੇ ਭਰਾ ਸੀ ਉਹਨਾਂ ਨੂੰ ਘਰਾਂ ਚੋਂ ਚੁੱਕ ਕੇ ਮਾਰਿਆ ਗਿਆ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਵਿੱਚ। ਉਹਦੇ ਤੋਂ ਬਾਅਦ ਉਹ ਜਿਹੜਾ ਸਭ ਕੁਝ ਸੀਗਾ, ਉਹਦਾ ਖਰਚਾ ਵੀ ਸਾਡੇ ਸਿਰ ਹੀ ਪਾਇਆ ਗਿਆ, ਜਿਹੜਾ ਕਈ ਲੱਖ ਹਜ਼ਾਰ ਕਰੋੜ ਦਾ ਜਿਹੜਾ ਖਰਚਾ ਸਾਡੇ ਸਿਰ ਪਾਇਆ ਗਿਆ। ਸਾਨੂੰ ਦਿੱਲੀ ਦੇ ਵਿੱਚ ਸੜਕਾਂ ਤੇ ਭਜਾ ਕੇ ਮਾਰਿਆ ਗਿਆ ਔਰ 30 ਸਾਲ ਲਗਾਤਾਰ ਇਨਸਾਫ ਨਹੀਂ ਦਿੱਤਾ ਗਿਆ। ਸਾਡੇ ਜਿਹੜੇ ਕਾਤਲ ਸੀ ਉਹਨਾਂ ਨੂੰ ਵਜ਼ੀਰੀਆਂ ਦਿੱਤੀਆਂ ਗਈਆਂ। ਸੋ ਸਿੱਖਾਂ ਦੇ ਬਹੁਤ ਗਿਲੇ ਨੇ ਸਟੇਟ ਨਾਲ, ਜਿਹੜੇ ਐਡਰੈਸ ਨਹੀਂ ਹੋਏ, ਜਿਨ੍ਹਾਂ ਦਾ ਹਾਲੇ ਵੀ ਐਡਰੈਸ ਹੋਣਾ ਜ਼ਰੂਰੀ ਹੈ, ਜਿਨ੍ਹਾਂ ਜ਼ਖਮਾਂ ਤੇ ਮਲਮ ਲੱਗਣੀ ਜ਼ਰੂਰੀ ਹੈ। ਪਰ ਪੰਜਾਬ ਦੇ ਲੋਕ ਬਾਰ-ਬਾਰ, ਤੁਸੀਂ ਜਿਹੜੀ ਪੰਜਾਬ ਦੀ ਜਿਹੜੀ ਇਲੈਕਸ਼ਨ ਆ ਉਹ ਵੇਖ ਲਓ 30-35 ਸਾਲ ਦੀ, ਉਹਦੇ ਵਿੱਚ ਲੋਕ ਬਾਰ-ਬਾਰ, ਲੋਕਾਂ ਦੇ ਵਿੱਚ ਦਰਦ ਤਾਂ ਹੈ ਅਜੇ ਵੀ, ਪਰ ਲੋਕ ਜਿਹੜਾ ਖਾਲਿਸਤਾਨ ਦਾ ਜਿਹੜਾ ਆਈਡੀਆ ਵਾ ਉਹ ਲੋਕ ਰਿਜੈਕਟ ਕਰਦੇ ਰਹੇ ਆ। ਉਹ ਮੈਜੋਰਟੀ ਨੇ ਰਿਜੈਕਟ ਕੀਤਾ। ਔਰ ਹਾਲਾਤ ਇਹ ਨੇ, ਪੰਜਾਬ ਦੇ ਜਿਹੜੇ 13,000 ਪਲੱਸ ਪਿੰਡ ਨੇ, ਉਹਦੇ ਵਿੱਚ ਕਿਸੇ ਵੀ ਸਮੇਂ ਖਾਲਿਸਤਾਨੀਆਂ ਦੀ ਇੰਨੀ ਗਿਣਤੀ ਨਹੀਂ ਸੀ ਖਾਲਿਸਤਾਨ ਦੀ ਮੰਗ ਵਾਲਿਆਂ ਦੀ, ਔਰ ਅੱਜ ਵੀ ਨਹੀਂ ਕਿ ਉਹ ਇੱਕ ਪਿੰਡ 'ਚ ਪੰਚਾਇਤ ਬਣਾ ਸਕਣ ਖਾਲਿਸਤਾਨ ਦੇ ਮੁੱਦੇ ਤੇ ਜਿਹੜੇ ਇਲੈਕਸ਼ਨ ਲੜ ਕੇ। ਪੰਜਾਬ ਵਿੱਚ ਲਗਾਤਾਰ 30 ਸਾਲ ਖਾਲਿਸਤਾਨ ਦੇ ਮੁੱਦੇ ਤੇ ਇਲੈਕਸ਼ਨਾਂ ਲੜਨ ਵਾਲੇ ਲੋਕਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ। ਪਰ ਕੀ ਇਹਦਾ ਮਤਲਬ ਵੀ ਲੋਕਾਂ ਦੇ ਮਨ ਵਿੱਚ ਰੋਹ ਨਹੀਂ? ਲੋਕਾਂ ਦੇ ਮਨ ਦੇ ਵਿੱਚ ਜਿਹੜਾ ਸਟੇਟ ਦਾ ਜ਼ਬਰ ਸੀ, ਜਿਹੜੀ ਸਟੇਟ ਦੀ ਰਾਇਤ ਸੀ, ਕਿ ਉਹਨੂੰ ਲੋਕ ਭੁੱਲ ਗਏ ਨੇ? ਨਹੀਂ, ਰੋਹ ਉਸੇ ਤਰ੍ਹਾਂ ਹੀ ਬਰਕਰਾਰ ਆ। ਪਰ ਲੋਕ ਜਿਹੜਾ ਖਾਲਿਸਤਾਨ ਦਾ ਮੁੱਦਾ ਵਾ, ਆਮ ਬੰਦਾ ਸਮਝਦਾ ਇਸ ਗੱਲ ਨੂੰ ਵੀ ਜਿਹੜਾ 3 ਨਿਊਕਲੀਅਰ ਜਿਹੜੀਆਂ ਸਟੇਟਾਂ ਨੇ, ਉਹਨਾਂ ਦੇ ਐਨ ਸੈਂਟਰ ਦੇ ਵਿੱਚ ਇੱਕ ਸਟੇਟ ਦਾ ਹੋਂਦ ਚਾਉਣਾ ਉਹ ਨਾਮੁਮਕਿਨ ਆ। ਔਰ ਜਿਹੜਾ
ਜਿਹੜੀ ਇਹ ਸਿਰਫ ਤੇ ਸਿਰਫ ਟਕਰਾਓ ਵਾਲੇ ਪਾਸੇ ਭੇਜ ਸਕਦਾ ਸਿੱਖਾਂ ਨੂੰ। ਅਸੀਂ ਪਹਿਲਾਂ ਵੀ ਸਟੇਟ ਨਾਲ ਟਕਰਾਅ ਵਾਲੇ ਰਸਤੇ ਤੇ ਚੱਲ ਕੇ ਵੇਖ ਲਿਆ, ਅਸੀਂ ਉਹਦੇ 'ਚ ਆਪਣੀ એનર્ਜੀ ਵੇਸਟ ਕੀਤੀ, ਅਸੀਂ ਉਹਦੇ ਵਿੱਚ ਬਹੁਤ ਨੁਕਸਾਨ ਕੀਤਾ। ਔਰ ਮੈਂ ਅਕਸਰ ਜਦੋਂ ਮੈਂ ਇਹ ਗੱਲ ਕਰਦਾ ਸਟੇਟ ਨਾਲ ਟਕਰਾਅ ਵਾਲੇ ਰਸਤੇ ਨੂੰ ਅਵੋਇਡ ਕਰਨ ਤੋਂ, ਤੇ ਅਕਸਰ ਜਿਹੜਾ ਵਿਦੇਸ਼ਾਂ ਵਿੱਚ ਜਿਹੜਾ ਖਾਲਿਸਤਾਨੀ ਲਾਣਾ ਜਾਂ ਜਿਹੜਾ ਗੁਲਾਮੀ ਗੈਂਗ ਆ, ਇਹ ਬੰਦੇ ਅਕਸਰ ਕਹਿੰਦੇ ਨੇ ਵੀ ਕੌਮਾਂ ਦੀ ਹੋਂਦ ਦੀਆਂ ਲੜਾਈਆਂ 'ਚ ਨਫੇ ਨੁਕਸਾਨ ਨਹੀਂ ਵੇਖੇ ਜਾਂਦੇ। ਤੇ ਮੇਰਾ ਇਹਨਾਂ ਨੂੰ ਸਵਾਲ ਇਹ ਹੁੰਦਾ ਵਾ ਵੀ ਜਿਹੜੇ ਮੁਲਕ 'ਚ ਤੁਸੀਂ ਬੈਠੇ ਇੱਥੇ ਭੂਆ ਦਾ ਮਕਲਾਵਾ ਆਇਆ ਸੀ, ਤੁਸੀਂ ਕਿਉਂ ਆਏ ਸੀ ਇੱਥੇ? ਜੇ ਨਫੇ ਨੁਕਸਾਨ ਨਹੀਂ ਵੇਖੇ ਜਾਂਦੇ ਤੇ ਫਿਰ ਜਾਲੀ ਆਈਡੀਆਂ ਕਿਉਂ ਬਣਾਉਂਦੇ ਜੇ? ਬਿਲਕੁਲ। ਫਿਰ ਫੇਕ ਅਕਾਊਂਟਾਂ ਤੋਂ ਕਿਉਂ ਗਾਲੀ ਗਲੋਚ ਕਰਦੇ ਜੇ? ਬੇਗਾਨੇ ਪੁੱਤਾਂ ਨੂੰ ਕਿਉਂ ਮਰਵਾ ਰਹੇ? ਹਾਂ, ਫਿਰ ਤੁਸੀਂ ਖੁਦ ਆਪ ਜਾ ਕੇ ਫਿਰ ਨੰਗੇ ਹੋ ਕੇ ਲੜੋ ਨਾ। ਆਪ ਤੁਸੀਂ ਵਿਦੇਸ਼ਾਂ 'ਚ ਆ ਗਏ ਜੇ, ਇੱਥੇ ਆਣ ਕੇ ਤੁਸੀਂ ਬਿਜ਼ਨਸ ਸੈੱਟ ਕੀਤੇ ਨੇ, ਨਫੇ ਨੁਕਸਾਨ ਨਹੀਂ ਸੋਚਦੇ। ਤੁਹਾਨੂੰ ਇਹ ਤੇ ਪਤਾ ਵਾ ਵੀ ਹਜ਼ਾਰਾਂ ਏਕੜ ਜ਼ਮੀਨ ਕਿਵੇਂ ਬਣਾਉਣੀ ਆ, ਸਟੋਰ ਕਿਵੇਂ ਨੇਬਰਿੰਗ ਸਟੇਟ 'ਚੋਂ ਸਿਗਟਾਂ ਲਿਆ ਕੇ ਤੇ ਸਮਗਲ ਕਰਕੇ ਵੇਚਣੀਆਂ ਕਿਵੇਂ ਨੇ ਇਸ ਸਟੇਟ ਦੇ ਵਿੱਚ, ਪੈਸਾ ਕਿਵੇਂ ਕਮਾਉਣਾ। ਬਾਕੀ ਤੁਹਾਨੂੰ ਸਭ ਢੰਗ ਤਰੀਕੇ ਆਉਂਦੇ ਨੇ, ਨਫੇ ਨੁਕਸਾਨ ਸੋਚਦੇ ਹੋ। ਪਰ ਜਦੋਂ ਲੋਕਾਂ ਦੇ ਪੁੱਤਾਂ ਦੀ ਗੱਲ ਆਉਂਦੀ ਆ, ਉਦੋਂ ਤੁਸੀਂ ਕਹਿੰਦੇ ਹੋ ਵੀ ਨਹੀਂ, ਨਫੇ ਨੁਕਸਾਨ ਸੋਚੇ ਨਹੀਂ ਜਾਂਦੇ। ਹੁਣ ਇਹ ਜਿੰਨੇ ਵੀ ਖਾਲਿਸਤਾਨੀ, ਮੇਰਾ ਇਹ ਚੈਲੰਜ ਆ ਤੁਹਾਡੇ ਇਸ ਮਾਧਿਅਮ ਰਾਹੀਂ ਗਲੋਬਲੀ, ਜਿੰਨੇ ਵੀ ਖਾਲਿਸਤਾਨ ਦਾ ਜਿਹੜਾ ਪ੍ਰੋਪੇਗੈਂਡਾ ਕਰਨ ਵਾਲੇ ਜਿਹੜੇ ਵੀ ਹਾਰਡਕੋਰ ਭਰਾ ਨੇ ਸਾਡੇ ਖਾਲਿਸਤਾਨੀ, ਇਹਨਾਂ ਚੋਂ ਕਿਸੇ ਇੱਕ ਦਾ ਧੀ ਪੁੱਤ ਹੈ ਜਿਹੜਾ ਪੰਜਾਬ 'ਚ ਕੰਮ ਕਰ ਰਿਹਾ, ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰ ਰਿਹਾ। ਆਪਣੇ ਇਹਨਾਂ ਦੇ ਜਿਹੜੇ ਬੱਚੇ ਨੇ, ਉਹਨਾਂ ਨੇ ਹਾਰਵਰਡ ਜਾਣਾ, ਉਹਨਾਂ ਆਕਸਫੋਰਡ ਜਾਣਾ, ਕੈਂਬਰਿਜ, ਯੇਲ ਜਾਣਾ, ਪੁੱਤ ਨੇ ਵਕੀਲ ਬਣਨਾ, ਧੀ ਨੇ ਡਾਕਟਰ ਬਣਨਾ। ਪਰ ਜਿਹੜਾ ਗੁਆਂਢੀ ਦਾ ਪੁੱਤ ਰਹਿ ਗਿਆ ਉੱਥੇ, ਉਹਨੂੰ ਕਹਿੰਦੇ ਨੇ ਤੂੰ ਟਕਰਾ ਸਟੇਟ ਨਾਲ, ਜਿਹੜਾ ਸਿੱਖੀ ਦੇ ਅਨੁਕੂਲ ਨਹੀਂ। ਜਦੋਂ ਚਮਕੌਰ ਦੀ ਗੜੀ ਵਿੱਚ ਘੇਰਾ ਪੈਂਦਾ, ਟਿੱਡੀ ਦਲ ਘੇਰਾ ਪਾਉਂਦਾ, ਜਾ ਕੇ ਲੱਖਾਂ ਦੀ ਤਾਦਾਦ ਜਦੋਂ ਫੌਜ ਘੇਰਾ ਪਾਉਂਦੀ ਆ, ਜਦੋਂ ਪਹਿਲਾ ਜਥਾ ਭੇਜਦੇ ਆ ਪਾਤਸ਼ਾਹ, ਉਹਦੀ ਜਿਹੜੀ ਅਗਵਾਈ ਆ ਉਹ ਪਾਤਸ਼ਾਹ ਦਾ ਵੱਡਾ ਫਰਜ਼ੰਦ ਬਾਬਾ ਅਜੀਤ ਸਿੰਘ ਕਰਦਾ। ਔਰ ਜਿਹੜੇ ਸਿੰਘਾਂ ਦੀ ਅਗਵਾਈ ਕਰ ਰਿਹਾ, ਉਹ ਬੰਦੇ, ਉਹਨਾਂ ਚੋਂ ਬਹੁਤਿਆਂ ਦਾ ਜਿਹੜਾ ਤਜਰਬਾ ਵਾ, ਜੰਗੀ ਤਜਰਬਾ ਜਿਹੜਾ, ਉਹ ਬਾਬਾ ਅਜੀਤ ਸਿੰਘ ਦੀ ਉਮਰ ਤੋਂ ਵੀ ਜ਼ਿਆਦਾ, ਕਈਆਂ ਦਾ ਦੁੱਗਣਾ। ਪਰ ਅਗਵਾਈ ਪਾਤਸ਼ਾਹ ਦਾ ਫਰਜ਼ੰਦ ਕਰ ਰਿਹਾ ਵਾ, ਕਿਉਂਕਿ ਉਹ ਇੱਕ ਡੈਡ ਐਂਡ ਮਿਸ਼ਨ ਸੀ। ਉਹ 5 ਜਣਿਆਂ ਦੇ ਜਥੇ ਨੇ ਲੱਖਾਂ ਦੀ ਫੌਜ ਨਾਲ ਲੜਨਾ ਸੀ। ਉਹ ਪਤਾ ਸੀ ਵੀ ਉਹਦਾ ਜਿਹੜੀ ਆਊਟਕਮ ਸੀ ਉਹ ਤੈਅ ਸੀ। ਔਰ ਮੇਰੇ ਪਾਤਸ਼ਾਹ ਆਪਣੇ ਫਰਜ਼ੰਦ ਨੂੰ ਅੱਗੇ ਤਾਂ ਲਾਉਂਦੇ ਨੇ ਕਿ ਪਹਿਲਾ ਤੀਰ ਜਦੋਂ ਕਿਸੇ ਦੀ ਛਾਤੀ ਚੁੰਮੇ ਤਾਂ ਮੇਰੇ ਪੁੱਤ ਦੀ ਹੋਵੇ, ਆਪਣੇ ਦੀ, ਕਿਸੇ ਹੋਰ ਦੇ ਪੁੱਤ ਦੀ ਛਾਤੀ ਬਾਅਦ ਚ ਦਿੰਨੇ ਨਾ ਮੇਰਾ ਤੀਰ। ਇਹ ਗੁਰੂ ਘਰ ਦੀ ਰਵਾਇਤ ਆ। ਔਰ ਇੱਥੇ ਉਲਟ ਚੱਲ ਰਿਹਾ ਵਾ, ਇੱਥੇ ਲੋਕਾਂ ਦੇ ਬੱਚਿਆਂ ਦੇ ਮੋਢੇ ਤੇ ਰੱਖ ਕੇ ਚਲਾਈ ਜਾ ਰਹੀ। ਲੋਕਾਂ ਦੇ ਬੱਚਿਆਂ ਨੂੰ ਇਨਸੈਂਟਿਵ ਦਿੱਤੇ ਜਾ ਰਹੇ ਨੇ ਕਿ ਅਸੀਂ ਤੁਹਾਨੂੰ ਇੰਨੇ ਪੈਸੇ ਦੇਵਾਂਗੇ, ਤੁਸੀਂ ਆਹ ਕੰਮ ਕਰੋ। ਪਰ ਜਿਹੜੇ ਆਪਣੇ ਬੱਚੇ ਨੇ, ਆਪਣੇ ਬੱਚੇ ਵੈਸਟ ਦੇ ਵਿੱਚ ਤਾਲੀਮ ਯਾਫਤਾ ਕੀਤੇ ਜਾ ਰਹੇ ਨੇ, ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਵਾਸਤੇ ਸਪੈਸ਼ਲ ਕੋਚ ਰੱਖੇ ਨੇ ਤਾਂ ਕਿ ਉਹ ਗੇਮਾਂ ਦੇ ਵਿੱਚ ਵੀ 골ਡ ਮੈਡਲ ਲੈ ਸਕਣ, ਜਾਂ ਆਪਣੀ ਜਿਹੜੀਆਂ ਐਕਸਟਰਾ ਕਰਿਕੂਲਮ ਜਿਹੜੀਆਂ ਐਕਟੀਵਿਟੀਜ਼ ਨੇ ਉਹਨਾਂ ਦੇ ਵਿੱਚ ਵੀ ਉਹ ਆਪਣੀ ਆਊਟ ਪਰਫਾਰਮ ਕਰਕੇ, ਤੇ ਤਾਂ ਕਿ ਉਹ ਵੱਡੀਆਂ ਯੂਨੀਵਰਸਿਟੀਆਂ, ਵੱਡੀਆਂ ਸਕੂਲਾਂ ਦੇ ਵਿੱਚ ਜਿਹੜੇ ਐਕਸੈਪਟ ਹੋ ਸਕਣ। ਉੱਥੇ ਤੁਸੀਂ ਗੁਰੂ ਸਾਹਿਬ ਵਾਲੀ, ਤੁਸੀਂ ਜਿਹੜੀ ਚਮਕੌਰ ਸਾਹਿਬ ਵਾਲੀ ਨਾ ਬੜਾ ਸੋਹਣਾ ਇਹ ਜਿਹੜਾ ਐਗਜ਼ਾਮਪਲ ਦਿੱਤੀ ਹੈਗੀ ਹੈ ਵੀ ਦੇਖੋ ਹਿਸਟੋਰੀਕਲੀ ਵੀ ਤੁਹਾਨੂੰ ਕਈ ਵਾਰੀ ਉਹ ਗੱਲ ਕਰਨੀ ਚਾਹੀਦੀ ਹੈਗੀ ਹੈ। ਗੁਰੂ ਸਾਹਿਬ ਕੋਲੇ ਵੀ ਇੱਕ ਆਪਸ਼ਨ ਹੈਗਾ ਸੀ। ਗੁਰੂ ਸਾਹਿਬ ਦੇ ਆਲੇ ਦੁਆਲੇ ਵੀ ਜਿਹੜੇ ਪੰਜੇ ਪਿਆਰੇ ਵੀ ਹੈਗੇ ਸੀਗੇ, ਉੱਥੇ ਉਹਨਾਂ ਦੇ ਵਿੱਚ ਵੀ ਸ਼ਹੀਦ ਹੋਏ ਹੈਗੇ ਨੇ। ਗੁਰੂ ਸਾਹਿਬ ਨਾਲ ਜਿੰਨੇ ਵੀ ਆਪਣੇ ਸਿੱਖ ਹੈਗੇ ਸੀ, ਉਹਨਾਂ ਦਾ ਆਈ ਥਿੰਕ ਸਭ ਤੋਂ ਪਹਿਲਾਂ ਵੀ ਉਹਨਾਂ ਵੱਲੋਂ ਵੀ ਇਹੀ ਉਹਨਾਂ ਨੂੰ ਐਡਵਾਈਸ ਕਰਿਆ ਗਿਆ ਹੋਊ, ਗੁਰੂ ਸਾਹਿਬ ਨੂੰ ਬੇਨਤੀ ਕਰੀ ਗਈ ਹੋਊਗੀ ਵੀ ਦੇਖੋ ਬੱਚਿਆਂ ਦਾ ਬਚਾਉਣਾ ਉਸ ਜਗ੍ਹਾ ਤੇ ਬਹੁਤ ਜ਼ਰੂਰੀ ਹੈਗਾ ਸੀਗਾ। ਉਹ ਵੀ ਕਹਿੰਦੇ ਹੋਣਗੇ ਗੁਰੂ ਸਾਹਿਬ ਦੇ ਨਾਲ, ਚਲੋ ਠੀਕ ਹੈ, ਜੇ ਬਾਕੀ ਹੋਰ ਜਿਹੜੇ 3 ਪਿਆਰੇ ਵੀ ਬੱਚੇ ਹੈਗੇ ਸੀਗੇ, ਹੋਰ ਸਿੰਘ ਬੱਚੇ ਹੈਗੇ ਸੀਗੇ, ਉੱਥੇ ਆਪਣੇ ਸਾਹਿਬਜ਼ਾਦਿਆਂ ਨੂੰ ਵੀ ਬਚਾਇਆ ਜਾ ਸਕਦਾ ਹੈਗਾ ਸੀ। ਗੁਰੂ ਸਾਹਿਬ ਬਾਰੇ ਕੋਈ ਡਾਊਟ ਨਹੀਂ ਹੈਗਾ ਵੀ ਉਹ ਬਚਾ ਸਕਦੇ ਹੈਗੇ ਸੀ। ਉਸ ਟਾਈਮ ਤੇ ਰਸਤਾ ਲੱਭਿਆ ਜਾ ਸਕਦਾ ਹੈਗਾ ਸੀਗਾ। ਉਹਨਾਂ ਨੇ ਉਸ ਟਾਈਮ ਤੇ ਇਹ ਚੀਜ਼ ਤੁਹਾਡੇ ਕਹਿਣ ਦੇ ਅਨੁਸਾਰ ਵੀ ਉਹ ਸਹੀ। ਟੋਨੀ ਸਾਹਿਬ ਜਿਸ ਤਰ੍ਹਾਂ ਤੁਸੀਂ ਐਗਜ਼ਾਮਪਲ ਦੇ ਰਹੇ ਹੈਗੇ ਸੀਗੇ, ਗੁਰੂ ਸਾਹਿਬ ਦੀ ਐਗਜ਼ਾਮਪਲ ਦੇ ਰਹੇ ਹੈਗੇ ਸੀ, ਉਹਨਾਂ ਨੇ ਤਾਂ ਹਮੇਸ਼ਾ ਉਹਨਾਂ ਨੇ ਪ੍ਰੂਵ ਕਰਿਆ ਹੈਗਾ, ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਹੈਗੀਆਂ ਨੇ, ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਦਿੱਤੀਆਂ ਹੈਗੀਆਂ ਨੇ। ਸਰਹੰਦ ਦੀ ਤੁਸੀਂ ਗੱਲ ਕਰੀ ਹੈਗੀ ਹੈ, ਵੱਡੇ ਸਾਹਿਬਜ਼ਾਦਿਆਂ ਦੀ ਗੱਲ ਕਰੀ ਹੈਗੀ ਹੈ, ਹੋਰ ਪਰਿਵਾਰਾਂ ਦੀ ਆਪਣੇ ਕੀ ਕੁਛ ਨਹੀਂ। ਫਾਦਰ ਸਾਹਿਬ ਦੀ, ਉਹਨਾਂ ਦੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਆਪਣੇ ਹੱਥੀਂ ਭੇਜੇ ਹੈਗੇ ਨੇ। ਇਹ ਲੋਕੀ ਜਿਹੜੇ ਹੈਗੇ ਨੇ, ਜਦੋਂ ਇਹਨਾਂ ਦਾ ਆਪਣੇ ਧੀ ਪੁੱਤ ਦਾ ਹੁੰਦਾ ਹੈਗਾ, ਕਿਸੇ ਦਾ ਪੁੱਤ ਤੁਸੀਂ ਸੁਣਿਆ ਹੈਗਾ ਵੀ ਹਾਂ ਵੀ ਉਹਨੇ ਆਪਣਾ ਪੁੱਤ ਇੱਥੇ ਭੇਜਿਆ ਹੈਗਾ ਬਾਹਰਲੀ ਦੁਨੀਆ ਦੇ ਵਿੱਚੋਂ,
ਉਹ ਦੂਜੀ ਗੱਲ ਨਾਟ ਓਨਲੀ ਕਿ ਜਿਨ੍ਹਾਂ ਦੇ ਪੁੱਤਾਂ ਨੂੰ ਇਹ ਉੱਥੇ ਮਰਵਾ ਰਹੇ ਹੈਗੇ ਨੇ, ਜਿਨ੍ਹਾਂ ਨੂੰ ਕਹਿੰਦੇ ਨੇ ਮੈਂ ਤੁਹਾਨੂੰ ਆਈਫੋਨ ਦੇ ਦੂੰ, ਤੁਸੀਂ ਆਹ ਕਰ ਦਿਓ, ਮੈਂ ਤੁਹਾਨੂੰ ਐਂ ਕਰ ਦੂੰ, ਤੁਸੀਂ ਤੁਹਾਨੂੰ $1 ਮਿਲੀਅਨ ਦੇ ਦੂੰਗਾ ਹੈਗਾ। ਔਰ ਇਹ ਗੱਲ ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਆਪਾਂ ਕੋਈ ਸੁਣੀ ਸੁਣਾਈ ਗੱਲ ਕਰਦੇ ਹੈਗੇ ਜਾਂ ਝੂਠ ਬੋਲਦੇ ਆ ਜਾਂ ਕੋਈ ਪ੍ਰੋਪੋਗੰਡਾ ਕਰਦੇ ਹੈਗੇ ਆ। ਤੁਸੀਂ ਇਹ ਤਾਂ ਸ਼ਰੇਆਮ ਉਹ ਤਾਂ ਐਡਵਰਟਾਈਜ਼ ਕਰਦੇ ਹੈਗੇ ਨੇ, ਸੋਸ਼ਲ ਮੀਡੀਆ ਦੇ ਉੱਤੇ ਪੋਸਟਰ ਬਣਾ ਕੇ ਪਾਉਂਦੇ ਹੈਗੇ ਨੇ ਵੀ ਜੇ ਤੁਸੀਂ 26 ਜਨਵਰੀ ਨੂੰ ਉੱਥੇ ਝੰਡਾ ਚੜਾਓਗੇ ਹੈਗੇ ਤੁਹਾਨੂੰ ਅਸੀਂ ਇੱਥੇ ਇੰਨੇ ਹਜ਼ਾਰ ਦੇਵਾਂਗੇ, ਜੇ ਤੁਸੀਂ ਮੋਦੀ ਨੂੰ ਉੱਥੇ ਰੋਕੋਗੇ ਤੁਹਾਨੂੰ ਇੱਥੇ $10,000 ਮਿਲੂਗਾ ਹੈਗਾ, ਜੇ ਤੁਸੀਂ 5 ਸਟੇਟਾਂ ਦੇ ਮੁੱਖ ਮੰਤਰੀ ਨੂੰ ਹਟਾਓਗੇ ਤਾਂ ਤੁਸੀਂ ਹੋਊਗਾ, ਜੇ ਤੁਸੀਂ ਉੱਥੇ ਮੋਗੇ ਦੇ ਜਾਂ ਕਿਸੇ ਵੀ ਉੱਥੇ ਸਰਕਾਰੀ ਬਿਲਡਿੰਗ ਤੇ ਝੰਡਾ ਚੜਾਓਗੇ ਹੈਗੇ ਫਿਰ ਤੁਹਾਨੂੰ ਇੰਨਾ ਦੇਊਗਾ ਹੈਗਾ। ਟੋਨੀ ਸਾਹਿਬ, ਮੈਂ ਤੁਹਾਨੂੰ ਕਈ ਵਾਰੀ ਸੁਣੀ ਸੁਣਾਈ ਗੱਲ ਦੇ ਵਿੱਚ ਨਾ ਮੈਂ ਵਿਸ਼ਵਾਸ ਨਹੀਂ ਕਰਦਾ ਹੁੰਦਾ ਹੈਗਾ। ਮੋਗੇ ਦੇ ਕੋਲੇ, ਮੋਗੇ ਜ਼ਿਲ੍ਹੇ ਦੇ ਵਿੱਚ, ਮੋਗੇ ਸ਼ਹਿਰ ਦੇ ਨੇੜੇ ਇੱਕ ਪਿੰਡ ਬੌਲੀ ਪਿੰਡ ਹੈਗਾ, ਬੌਲੀ। ਠੀਕ ਹੈ। ਬੌਲੀ ਦੇ ਵਿੱਚ ਮੈਂ ਉੱਥੇ ਇੱਕ ਮੇਰੀ ਇੰਟਰਵਿਊ ਐਸੇ ਦੀ ਖਾਲਸਾ ਟੁਡੇ ਦੇ ਉੱਤੇ ਇੱਕ ਮੈਂ ਪਾਈ ਹੋਈ ਹੈਗੀ ਹੈ। ਉੱਥੋਂ ਦੇ ਜਿਹੜੇ ਪੰਨੂ ਸਾਹਿਬ ਜਿਹੜੇ ਹੈਗੇ ਨੇ ਖਾਲਿਸਤਾਨ ਦੀ ਗੱਲ ਕਰਦੇ ਨੇ, ਜਿਹੜੇ ਰੈਫਰੈਂਡਮ ਜਿਹੜੇ ਕਹਿੰਦੇ ਹੈਗੇ ਨੇ ਮੈਂ ਇੰਡੀਆ ਦੇ ਟੁਕੜੇ ਟੁਕੜੇ ਕਰ ਦੂੰਗਾ ਹੈਗਾ, ਠੀਕ ਹੈ। ਇਹਨਾਂ ਨੇ ਇੱਥੋਂ ਬਿਆਨ ਦਿੱਤਾ ਹੈਗਾ ਸੀਗਾ ਵੀ ਹਾਂ ਜਿਹੜਾ ਜਾ ਕੇ ਕਿਸੇ ਵੀ ਜਾ ਕੇ ਖਾਲਿਸਤਾਨ ਦਾ ਝੰਡਾ ਚੜਾਊਗਾ ਹੈਗਾ ਉਹਨੂੰ $2500 ਦੇਊਗਾ ਹੈਗਾ। ਉੱਥੋਂ ਦੇ ਕੁਝ ਨੌਜਵਾਨ ਮੁੰਡੇ ਹੈਗੇ ਸੀਗੇ, ਕਈ ਵਾਰੀ ਬੰਦਾ ਗੱਲਾਂ ਦੇ ਵਿੱਚ ਆ ਜਾਂਦਾ ਹੈਗਾ, ਉਹਨਾਂ ਨੇ ਜਾ ਕੇ ਝੰਡਾ ਚੜਾ ਦਿੱਤਾ ਹੈਗਾ, ਬਾਅਦ ਵਿੱਚ ਫੜੇ ਗਏ ਹੈਗੇ। ਅੱਜ ਕੱਲ੍ਹ ਉਹ ਜਿਹੜੇ ਹੈਗੇ ਨੇ 4 ਮੁੰਡੇ ਹੈਗੇ ਨੇ, 4 ਮੁੰਡੇ ਹੈਗੇ, ਉਹਨਾਂ ਦੇ ਵਿੱਚੋਂ 20 ਸਾਲ ਤੋਂ ਲੈ ਕੇ 24-25 ਸਾਲ ਤੱਕ ਉਮਰ ਦੇ ਵਿੱਚ ਉਹ ਹੈਗੇ ਨੇ। ਚਾਰੇ ਦੇ ਚਾਰੇ ਨਾਭੇ ਦੀ ਹਾਈਐਸਟ ਸਿਕਿਉਰਿਟੀ ਜੇਲ੍ਹ ਦੇ ਵਿੱਚ ਹੈਗੇ ਨੇ। ਉਹਨਾਂ ਦੀ ਕੇਸ NIA ਦੇ ਉਹਨਾਂ ਦਾ NIA ਦੇ ਦੁਆਰਾ ਉਹਨੂੰ ਪ੍ਰੋਸੀਕਿਊਟ ਕਰਿਆ ਜਾ ਰਿਹਾ ਹੈਗਾ। ਮੈਨੂੰ ਲੱਗਦਾ ਹੈਗਾ ਵੀ ਉਹਨਾਂ ਨੂੰ ਇੱਕ ਬਹੁਤ ਲੰਬੀ ਸਜ਼ਾ ਹੋਊਗੀ। ਕਾਹਦੇ ਕਰਕੇ? ਸਿਰਫ ਇਹਨਾਂ ਲੋਕਾਂ ਦੀ ਕਰਤੂਤ ਕਰਕੇ ਜਿਹੜੇ ਸਾਡੇ ਇੱਥੇ ਖਾਲਿਸਤਾਨ ਦੀ ਗੱਲਾਂ ਕਰਦੇ ਹੈਗੇ ਨੇ, ਉਹਨਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ ਹੋਇਆ। ਮੈਂ ਉਸ ਉਹਨਾਂ ਦੇ ਪਰਿਵਾਰ ਦੇ ਘਰੇ ਜਾ ਕੇ ਮੈਂ ਉਹਦੇ ਫਾਦਰ ਸਾਹਿਬ ਨਾਲ ਗੱਲ ਕਰਕੇ ਆਇਆ ਹੈਗਾ ਸੀਗਾ। ਮੇਰਾ ਖਿਆਲ ਮੈਨੂੰ ਜ਼ਿੰਦਗੀ ਦੇ ਵਿੱਚ ਇੰਨਾ ਕੁ ਜ਼ਿਆਦਾ ਦੁੱਖ ਮੈਂ ਕਿਸੇ ਫਾਦਰ ਨੂੰ ਇੰਨਾ ਜੋ ਰੋਂਦਿਆਂ ਨਹੀਂ ਦੇਖਿਆ ਹੈਗਾ। ਔਰ ਉਹਨਾਂ ਦੀ ਮਦਰ ਨੂੰ, ਉਹਨਾਂ ਦੀ ਸਿਸਟਰ ਨੂੰ, ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਜਦੋਂ ਕੋਈ ਬੰਦਾ ਮਰਦਾ ਹੈਗਾ, ਜਦੋਂ ਲੇਡੀਜ਼ ਸਾਡੇ ਮਾਲਵੇ ਦੇ ਵਿੱਚੋਂ ਪੱਟਾਂ 'ਤੇ ਹੱਥ ਮਾਰ ਕੇ ਰੋਂਦੀ ਹੈਗੀ ਨਾ, ਉਹ ਇੱਦਾਂ ਰੋ ਰਹੀਆਂ ਸੀ ਮੇਰੇ ਸਾਹਮਣੇ। ਕਹਿੰਦੇ ਜੀ ਉਹ ਬਾਹਰ ਲੈਣੇ, ਇਹ ਜਿਹੜੇ ਇਹਨਾਂ ਦੀ ਇਹ ਖਾਲਿਸਤਾਨੀਆਂ ਦੇ ਕਰਤੂਤਾਂ ਦੀ ਵਜ੍ਹਾ ਕਰਕੇ ਸਾਡੇ ਬੱਚੇ ਜਿਹੜੇ ਹੈਗੇ ਨੇ ਜੇਲ੍ਹਾਂ 'ਚ ਬੈਠੇ ਹੈਗੇ ਨੇ, ਉਹਨਾਂ ਨੇ ਕਿਸੇ ਨੂੰ ਫੋਲੋ ਤੱਕ ਵੀ ਨਹੀਂ ਕਰਿਆ ਹੈਗਾ। ਉਹ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹੈਗਾ। ਇੱਦਾਂ ਦੀਆਂ ਹੋਰ ਬੜੀਆਂ ਐਗਜ਼ਾਮਪਲ ਹੈਗੀਆਂ ਨੇ ਜਿਹੜੀਆਂ ਕਿ ਹਮੇਸ਼ਾ ਲੋਕੀ ਭੁੱਲ ਜਾਂਦੇ ਹੈਗੇ ਨੇ। ਤਾਂ ਕਰਕੇ ਵੀ ਇਹਨਾਂ ਨੇ ਕਦੇ ਵੀ ਨਹੀਂ ਹੈਗਾ, ਇਹ ਇੱਕ ਤਾਂ ਉੱਥੇ ਮਰਵਾ ਰਹੇ ਹੈਗੇ ਨੇ, ਦੂਜਾ ਜਿਹੜਾ ਇੱਥੋਂ ਸਟੂਡੈਂਟ ਤਬਕਾ ਆ ਗਿਆ ਹੈਗਾ। ਤੁਸੀਂ ਜਾ ਕੇ ਟੋਰਾਂਟੋ ਦੇਖ ਲਓ ਕਿੰਨਾ ਸਟੂਡੈਂਟ ਆ ਗਿਆ ਹੈਗਾ, ਕੈਨੇਡਾ ਦੇ ਵਿੱਚ ਆਉਂਦਾ ਹੈਗਾ, ਸਾਡੇ ਇੱਥੇ ਅਮਰੀਕਾ ਦੇ ਵਿੱਚ ਕੋਈ ਲੀਗਲੀ ਇਲੀਗਲੀ ਜਿਹੜੇ ਆਉਂਦੇ ਹੈਗੇ ਨੇ, ਉਹਨਾਂ ਦੀ ਰੈਡੀਕਲਾਈਜੇਸ਼ਨ ਵੀ ਤਾਂ ਬੜੀ ਖਤਰਨਾਕ ਹੈਗੀ ਹੈ ਨਾ। ਉਹਨਾਂ ਨੂੰ ਜਦੋਂ ਤੁਸੀਂ ਕਿਸੇ ਤੇ ਨਫ਼ਰਤ ਭਰ ਦਿੱਤੀ ਹੈਗੀ, ਉਹਨਾਂ ਦੇ ਦਿਲ ਦੇ ਵਿੱਚ ਨਫ਼ਰਤ ਭਰ ਦਿੱਤੀ ਹੈਗੀ, ਉਹ ਜਾ ਕੇ ਬੱਚਾ ਜਿਹੜਾ ਹੈਗਾ, ਜਿਹੜਾ 84 ਵੇਲੇ ਪੈਦਾ ਨਹੀਂ ਹੋਇਆ ਹੈਗਾ ਸੀ, ਸਾਡੇ ਨਾਲ ਕੀ ਹੋਇਆ ਉਹਨੂੰ ਤੁਸੀਂ ਦੱਸੀ ਜਾਓਗੇ ਇਹ ਸਾਡਾ ਦੁਸ਼ਮਣ ਹੈ। ਸਾਰਾ ਦਿਨ ਤੁਸੀਂ ਜਿਹੜਾ ਘਰੇ ਤੁਹਾਡੇ ਤੁਸੀਂ ਇੱਦਾਂ ਦੀ ਰੈਡੀਕਲਾਈਜੇਸ਼ਨ ਕਰੀ ਜਾਓਗੇ, ਬੱਚਾ ਵੱਡਾ ਵਾ ਕੇ ਹੋ ਕੇ ਵੀ ਇਹ ਕੁਛ ਕਰੂਗਾ ਹੈਗਾ। ਤੁਹਾਨੂੰ ਨਹੀਂ ਲੱਗਦਾ ਹੈਗਾ ਜਿਹੜੀ ਉਹ ਨਫ਼ਰਤ ਪੈਦਾ ਕਰੀ ਜਾ ਰਹੀ ਹੈਗੀ ਹੈ, ਹਿੰਦੂ ਸਿੱਖਾਂ ਦੇ ਵਿੱਚ ਪੈਦਾ ਕਰੀ ਜਾ ਜਾਂ ਕਿਤੇ ਹੋਰ ਕਮਿਊਨਿਟੀ ਦੇ ਪ੍ਰਤੀ ਕਰਿਆ ਜਾ ਰਿਹਾ ਹੈਗਾ, ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦਿਨ ਇਹ ਸਾਡੇ ਜੜ੍ਹਾਂ ਦੇ ਵਿੱਚ ਤੇਲ ਪਊਗਾ ਹੈਗਾ। ਬਿਲਕੁਲ। ਇਹ ਜਿਹੜੀ ਸਾਡੇ ਗੁਆਂਢੀ ਮੁਲਕ ਦੀ ਜਿਹੜੀ ਡੀਪ ਸਟੇਟ ਆ, ਉਹਦਾ ਹੀ ਜਿਹੜਾ ਏਜੰਡਾ ਵਾ, ਜਿਹੜੀ ਸਿੱਖਾਂ ਦੀ ਨਸਲਕੁਸ਼ੀ ਵਾਸਤੇ ਜਿਹੜੀ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ, ਔਰ ਇਹ ਲੋਕ ਜਾਣੇ ਅਣਜਾਣੇ 'ਚ ਹਿੱਸਾ ਪਾ ਰਹੇ ਉਹਦੇ 'ਚ। ਹਿੰਦੂ ਅਵਤਾਰਾਂ ਨੂੰ, ਹਿੰਦੂ ਭਾਈਚਾਰੇ ਦੀਆਂ ਜਿਹੜੀਆਂ ਸਤਿਕਾਰਯੋਗ ਜਿਹੜੇ ਡਿਵਾਈਨ ਪਰਸਨੈਲਿਟੀਜ਼ ਨੇ ਜਿਹੜੀਆਂ, ਉਹਨਾਂ ਨੂੰ ਗਾਲੀ ਗਲੋਚ ਕੀਤਾ ਜਾਂਦਾ। ਉਹਨਾਂ ਨੂੰ ਬੇਸਿਕਲੀ ਵੇਖੋ ਨਾ, ਉਹ ਕਰਦੇ ਨੇ ਜਿਹੜਾ ਵੇਖੋ ਗੁਰੂ ਨਾਨਕ ਪਾਤਸ਼ਾਹ ਦੇ ਨਾਨਾ ਕੌਣ ਸਨ, ਦਾਦਾ ਕੌਣ ਸਨ? ਬਿਲਕੁਲ। ਗੁਰੂ ਨਾਨਕ ਪਾਤਸ਼ਾਹ ਦੇ ਜਿਹੜਾ ਬੇਬੇ ਨਾਨਕੀ ਦੇ ਜਿਹੜੇ ਪਤੀ ਸਨ, ਜੈ ਰਾਮ ਹੋਣੀ, ਉਹ ਕੌਣ ਸਨ? ਗੁਰੂ ਅੰਗਦ ਪਾਤਸ਼ਾਹ ਜਿਹੜੇ ਲਹਿਣੇ ਦੇ ਰੂਪ ਦੇ ਵਿੱਚ, ਭਾਈ ਲਹਿਣੇ ਦੇ ਰੂਪ 'ਚ ਆਉਂਦੇ ਨੇ, ਉਹਨਾਂ ਦੇ ਪਰਿਵਾਰ ਦੇ ਜਿਹੜੇ ਬਾਕੀ ਰਿਸ਼ਤੇਦਾਰ ਸਨ, ਮਾਮਿਆਂ, ਮਾਸੀਆਂ, ਭੂਆ, ਚਾਚਿਆਂ, ਤਾਇਆਂ ਦੇ ਜਿਹੜੇ ਪੁੱਤ ਸੀ, ਜਿਹੜੇ ਸਿੱਖ ਨਹੀਂ ਬਣੇ, 5 ਪਿਆਰੇ ਜਿਹੜੇ ਗੁਰੂ ਤੋਂ ਕੁਰਬਾਨ ਹੋਏ ਨੇ, ਉਹਨਾਂ ਦੇ ਪਰਿਵਾਰਾਂ ਦੇ ਜਿਹੜੇ ਮੈਂਬਰ ਨੇ ਜਿਹੜੇ ਸਿੱਖੀ 'ਚ ਨਹੀਂ ਆਏ, ਮੈਂ ਕਿਵੇਂ ਗਾਲ ਦੇ ਸਕਦਾ ਉਹਨਾਂ ਨੂੰ? ਮੇਰਾ ਆਪਣਾ ਪਰਿਵਾਰ 13 ਪੀੜ੍ਹੀਆਂ ਤੋਂ ਕੋਈ ਸਿੱਖੀ ਦੇ ਵਿੱਚ ਸ਼ਾਮਲ ਆ। ਮੇਰੇ ਪੁਰਖਿਆਂ ਨੇ ਜਿਹੜੇ ਆਪਣੇ ਲਹੂ ਨਾਲ ਇਬਾਰਤ ਲਿਖੀ ਆ ਇਸ ਕੌਮ ਦੀ, ਆਲੂ ਵਾਲੀਆ ਮਿਸਲ ਦੇ ਵਿੱਚ। ਪਰ ਜਿਹੜੇ 13 ਪੀੜ੍ਹੀਆਂ ਤੋਂ ਪਹਿਲਾਂ ਮੇਰੇ ਪੁਰਖੇ ਸੀ, ਮੈਂ ਉਹਨਾਂ ਨੂੰ ਕਿਵੇਂ ਗਾਲ ਦੇ ਸਕਦਾ ਉਹਨਾਂ ਨੂੰ? ਪਰ ਇਹ ਜਿਹੜੀ ਕਵਾਇਦ ਜਿਹੜੀ ਚੱਲ ਰਹੀ ਆ, ਇਹਦਾ ਮੁੱਖ ਮਕਸਦ ਇਹ ਹੈਗਾ ਵੀ ਜਿਹੜੀ ਹਿੰਦੂ ਤੇ ਸਿੱਖ ਦੇ ਵਿੱਚ ਕਲੇਸ਼ ਪਵਾ ਕੇ ਦੁਬਾਰਾ ਤੋਂ ਜਿਹੜੀ ਨਸਲ ਕੁਸ਼ੀ ਕਰਵਾਉਣੀ, ਜਿਹਦਾ ISI ਨੂੰ ਜਿਹੜਾ ਬੈਨੀਫਿਟ ਉਹਦਾ ਇਹ ਆ ਸਭ ਤੋਂ ਵੱਡਾ ਵੀ ਉਹਦੇ ਨਾਲ ਉਹ ਭਾਰਤ ਦੇ ਖਿਲਾਫ ਜਿਹੜਾ ਮਿਨੋਰਟੀਆਂ ਤੇ ਜਿਹੜੀ
ਭਾਰਤ ਆ ਜਿਹੜਾ ਮਿਨੋਰਟੀਆਂ ਪ੍ਰਤੀ ਜਿਹੜੀ ਇੰਟੋਲਰੈਂਟ ਸਾਬਤ ਕਰੂ, ਔਰ ਜਿਹੜੀ ਕਾਂਗਰਸ ਦੇ ਗਲ ਜਿਹੜਾ ਸਿੱਖਾਂ ਦੇ ਕਤਲੇਆਮ ਦਾ ਜਿਹੜਾ ਕਲੰਕ ਆ ਉਹ ਲੱਥ ਸਕਦਾ ਜੇ ਦੁਬਾਰਾ ਤੋਂ ਹੁੰਦਾ। ਔਰ ਇਹ ਬੰਦੇ ਜਾਣੇ ਅਣਜਾਣੇ ਚ ਉਹਦੇ ਹੱਕ ਵਿੱਚ ਭੁਗਤ ਰਹੇ ਨੇ। ਪਰ ਇਹਨਾਂ ਲੋਕਾਂ ਦੀ ਇਸ ਗੱਲ ਨੂੰ ਸਮਝੋ, ਪਾਤਸ਼ਾਹ ਨੇ ਬੰਦੂਕ ਟੈਸਟ ਕਰਨੀ, ਭਾਈ ਡੱਲਾ ਬੰਦੂਕ ਲੈ ਕੇ ਆਉਂਦਾ ਤੇ ਪਾਤਸ਼ਾਹ ਕਹਿੰਦੇ ਵੀ ਚੱਲ ਡੱਲੇ ਤੇਰੇ ਤੇ ਚੈੱਕ ਕਰੀਏ, ਤੇ ਭਾਈ ਡੱਲਾ ਕਹਿੰਦਾ ਵੀ ਨਹੀਂ, ਮੈਂ ਉਹ ਆਪਣਾ ਅਸਮਰੱਥਾ ਜ਼ਾਹਰ ਕਰਦਾ, ਤੇ ਪਾਤਸ਼ਾਹ ਕਹਿੰਦੇ ਵੀ ਚਲੋ ਕਿ ਸਿੱਖ ਨੂੰ ਆਵਾਜ਼ ਮਾਰੋ। ਦੋ ਘਾਈ ਸਿੱਖ ਸਨ ਤੇ ਉਹ ਇੱਕ ਦੂਸਰੇ ਨਾਲ ਲੜਦੇ ਆਉਂਦੇ ਅੱਗੇ ਵੀ ਮੇਰੇ ਤੇ ਟੈਸਟ ਕਰੋ, ਮੇਰੇ ਤੇ ਟੈਸਟ ਕਰੋ। ਇਹ ਕਲਗੀ ਵਾਲੇ ਦੌਰ ਆ, ਇਹ ਕਿਉਂਕਿ ਉੱਥੇ ਤੇਰ ਮੇਰ ਨਹੀਂ, ਉੱਥੇ ਸਿੱਖ ਦੇ ਵਿੱਚ ਤੇ ਆਪਣੇ ਪੁੱਤਰਾਂ ਦੇ ਵਿੱਚ ਕੋਈ ਫਰਕ ਨਹੀਂਗਾ। ਜਦੋਂ ਪਾਤਸ਼ਾਹ ਕਹਿੰਦੇ ਨਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਸੋ ਜਿਹੜੇ ਇਨ ਪੁੱਤਰ ਨੇ, ਇਹ ਜਿਹੜੇ ਪੁੱਤਰ ਨੇ ਜਿਨ੍ਹਾਂ ਨੂੰ ਜੀਵਤ ਕਈ ਹਜ਼ਾਰ ਆਖਿਆ, ਉਹ ਜਿਹੜੇ ਕਈ ਹਜ਼ਾਰ ਨੇ ਜਦੋਂ ਪਾਤਸ਼ਾਹ ਉਹਨਾਂ ਨੂੰ ਮੁਖਾਤਬ ਹੁੰਦੇ ਨੇ ਤੇ ਉਹਦੇ ਚ ਕੋਈ ਡਬਲ ਸਟੈਂਡਰਡ ਨਹੀਂਗਾ, ਉਹ ਵਾਕਈ ਪੁੱਤਰ ਨੇ, ਉਹਨਾਂ ਪੁੱਤਰਾਂ ਤੋਂ ਵਾਰੇ ਨੇ, ਆਪਣੀਆਂ ਤੇ ਉਹਨਾਂ 'ਚ ਫਰਕ ਕੋਈ ਨਹੀਂਗਾ। ਇੱਥੇ ਉਲਟ ਖੇਡ ਚੱਲਦੀ ਆ। ਇੱਥੇ ਜਿਨ੍ਹਾਂ ਨੂੰ ਉਕਸਾ ਰਹੇ ਨੇ, ਉਦੋਂ ਵੱਡੀ ਗੱਲ ਵੇਖੋ, ਕਦੇ ਇਤਿਹਾਸ ਦੇ ਵਿੱਚ ਤੁਹਾਨੂੰ ਮਿਸਾਲ ਮਿਲੀ ਹੋਵੇ ਵੀ ਕਦੇ ਸਿੱਖਾਂ ਨੂੰ ਲਾਲਚ ਦਿੱਤਾ ਗਿਆ ਵੀ ਤੁਸੀਂ ਆਹ ਕੰਮ ਕਰੋ, ਭਮੱਕੜਾਂ ਵਾਂਗ ਤੁਸੀਂ ਜਿਹੜਾ ਭਮੱਕੜ ਆ, ਭਮੱਕੜ ਨੂੰ ਤੁਸੀਂ ਕਿਹੋ ਜਿਹਾ ਲਾਲਚ ਦਿਓਗੇ ਜਾ ਕੇ ਸ਼ਮਾ ਦੇ ਕੁਰਬਾਨ ਹੋਣ ਵਾਸਤੇ? ਉਹ ਤਾਂ ਖੁਦ ਬਖੁਦ ਹੋ ਜਾਊਗਾ। ਮੱਖੀ ਨੂੰ ਲਾਲਚ ਦੇਣਾ ਪੈਂਦਾ, ਭਮੱਕੜ ਨੂੰ ਨਹੀਂ। ਹੁਣ ਜਦੋਂ ਇਹ ਕਿਹੋ ਜਿਹੀ ਲਹਿਰ ਆ ਜਿਹਦੇ ਚ ਤੁਸੀਂ ਇਨਸੈਂਟਿਵ ਦੇ ਰਹੇ ਹੋ ਲੋਕਾਂ ਨੂੰ, ਇਹਦਾ ਮਤਲਬ ਵੀ ਤੁਹਾਡੀ ਕੋਈ ਸਪੋਰਟ ਹੈ ਨਹੀਂਗੀ। ਇਹਦਾ ਮਤਲਬ ਲੋਕ ਸਮਝਦੇ ਨੇ, ਲੋਕ ਸਿਆਣੇ ਹੋ ਗਏ ਨੇ, ਲੋਕ ਸਮਝਦੇ ਨੇ ਜਿਸ ਪਾਸੇ ਨੂੰ ਤੁਸੀਂ ਗੇਮ ਲਿਜਾਣੀ ਚਾਹੁੰਦੇ ਜੇ। ਤੁਹਾਡੇ ਕੋਲ ਤਾਂ ਵਾਲੰਟੀਅਰਾਂ ਦੀ ਲੜੀ ਨਹੀਂ ਟੁੱਟਣੀ ਚਾਹੀਦੀ, ਤੁਹਾਨੂੰ ਤਾਂ ਲੋਕਾਂ ਨੂੰ ਰੋਕਣਾ ਚਾਹੀਦਾ ਨਾ ਵੀ ਯਾਰ ਬਸ ਕਰੋ ਅੱਗੇ ਹੀ ਬਹੁਤ ਨੇ ਸਾਡੇ ਕੋਲ, ਹੁਣ ਹੋਰ ਨਾ ਆਓ ਤੁਸੀਂ ਨਾ। ਤੁਸੀਂ ਇਨਸੈਂਟਿਵ ਦੇ ਰਹੇ ਹੋ, ਇਹਦਾ ਮਤਲਬ ਲੋਕ ਤੁਹਾਡੀ ਪ੍ਰੋਡਕਟ ਨਹੀਂ ਬਾਏ ਕਰ ਰਹੇ। ਤੁਹਾਨੂੰ ਜਿਹੜੀਆਂ ਹੁਣ ਆਮ ਤੌਰ ਤੇ ਜ਼ਿਆਦਾਤਰ ਜਿਹੜੀਆਂ NGO ਨੇ, ਸੰਸਥਾਵਾਂ ਨੇ, ਉਹਨਾਂ ਕੋਲ ਵਾਲੰਟੀਅਰ ਹੁੰਦੇ ਨੇ, ਜਿਹਨਾਂ ਕੋਲ ਨਹੀਂ ਹੁੰਦੇ ਉਹਨਾਂ ਨੂੰ ਕੰਮੇ ਹਾਇਰ ਕਰਨੇ ਪੈਂਦੇ ਨੇ। ਸੋ ਤੁਸੀਂ ਬੇਸਿਕਲੀ ਇੱਕ ਜਾਬ ਦੀ ਐਡਵਰਟਾਈਜ਼ਮੈਂਟ ਦੇ ਰਹੇ ਹੋ ਨਾ, ਐਪਲੀਕੇਸ਼ਨਾਂ ਤੁਸੀਂ ਐਕਸੈਪਟ ਕਰ ਰਹੇ ਹੋ ਕਿ ਕੋਈ ਆਓ ਤੁਸੀਂ ਆਹ ਕੰਮ ਸਾਡੇ ਵਾਸਤੇ ਕਰੋ, ਅਸੀਂ ਤੁਹਾਨੂੰ ਇਸ ਦੇ ਵਿੱਚ ਆ ਪੈਸੇ ਦਿੰਦੇ ਆ। ਇਹ ਗੁਰੂ ਨਾਨਕ ਦੇ ਦਰ ਘਰ ਦਾ ਅਸੂਲ ਨਹੀਂਗਾ, ਇਹ ਸਿੱਖ ਫਲਸਫੇ ਦੀ ਇਹ ਗਾਥਾ ਨਹੀਂਗੀ, ਸਿੱਖ ਇਤਿਹਾਸ ਦੇ ਵਿੱਚ ਕੋਈ ਇਹੋ ਜਿਹੀ ਕਿਤੇ ਕੋਈ ਮਿਸਾਲ ਨਹੀਂ ਹੁੰਦੀ। ਸੋ ਇਹ ਜਿਹੜਾ ਇਨਸੈਂਟਿਵ ਆਫਰ ਕਰਨੇ, ਜਿਹੜੇ ਪੈਸੇ ਦੇਣੇ, ਜਿਵੇਂ ਤੁਸੀਂ ਜਿਸ ਪਰਿਵਾਰ ਦੀ ਗੱਲ ਕੀਤੀ ਆ, ਉਹ ਆਪਣੇ ਆਪ 'ਚ ਇੱਕ ਮਿਸਾਲ ਆ ਵੀ ਕੀ ਚੱਲ ਕੀ ਰਿਹਾ ਵਾ ਤੇ ਲੋਕ ਕਿਸ ਹੱਦ ਤੱਕ ਟੁੱਟੇ ਹੋਏ ਨੇ ਇਹਨਾਂ ਦੀ ਇਸ ਕਵਾਇਦ ਨਾਲੋਂ। ਲੋਕ ਸਮਝਦੇ ਸਾਰਾ ਕੁਝ ਨਹੀਂ, ਹਾਂ ਬੋਲਦੇ ਨਹੀਂ ਲੋਕ ਬੋਲਦੇ ਨਹੀਂ। ਬਿਲਕੁਲ ਨਹੀਂ, ਪਰ ਜਿਹੜੇ ਹਿਸਾਬ ਨਾਲ ਇੱਥੇ ਆਪਾਂ ਥੋੜਾ ਪਿਛੋਕੜ ਦੇ ਵਿੱਚ ਝਾਤੀ ਮਾਰੀ ਹੈਗੀ, ਜਿਨ੍ਹਾਂ ਪਰਿਵਾਰਾਂ ਨੇ ਆਪਾਂ ਕਈ ਵਾਰੀ ਜ਼ਿਕਰ ਕਰਦੇ ਹੈਗੇ ਆ, ਸਾਡੇ ਬਜ਼ੁਰਗ ਜ਼ਿਕਰ ਕਰਦੇ ਹੈਗੇ ਸੀ ਵੀ ਹਿੰਦੂ ਪਰਿਵਾਰਾਂ ਦੇ ਵਿੱਚੋਂ ਪਹਿਲਾ ਜਿਹੜਾ ਬੱਚਾ ਹੁੰਦਾ ਸੀ ਉਹਨੂੰ ਸਿੱਖ ਬਣਾਇਆ ਜਾਂਦਾ ਹੈਗਾ ਸੀਗਾ। ਉਹ ਕੋਈ ਜ਼ਬਰਦਸਤੀ ਤੇ ਨਹੀਂ ਬਣਾਇਆ ਜਾਂਦਾ ਹੈਗਾ ਸੀਗਾ, ਉਹਦੇ ਕੋਈ ਫੋਰਸ ਤਾਂ ਨਹੀਂ ਹੁੰਦਾ ਹੈਗਾ ਸੀ। ਉਹਨਾਂ ਨੂੰ ਕੋਈ ਸਾਨੂੰ ਐਡਵਰਟਾਈਜ਼ ਤਾਂ ਨਹੀਂ ਕਰਨਾ ਪੈਂਦਾ ਹੈਗਾ ਸੀ ਵੀ ਹਾਂ ਵੀ ਤੁਹਾਨੂੰ ਉਹ ਕਰਨਾ ਪਊ ਜੇ ਤੁਸੀਂ ਦਿਓ ਹੈਗਾ। ਸਭ ਤੋਂ ਬੜੀ ਵੱਡੀ ਪਿਆਰੀ ਚੀਜ਼ ਹੁੰਦੀ ਹੈਗੀ ਆਪਣਾ ਪਹਿਲਾ ਬੱਚਾ ਹੁੰਦਾ ਹੈਗਾ, ਸਪੈਸ਼ਲੀ ਕਿਸੇ ਦੀ ਵੀ ਜ਼ਿੰਦਗੀ ਦੇ ਵਿੱਚ, ਔਰ ਉਹ ਵੀ ਪੁੱਤ ਆਪਣੇ ਜੋ ਆਪਣੇ ਕਲਚਰ ਦੇ ਵਿੱਚ ਹੈਗਾ ਸੀਗਾ। ਤੁਸੀਂ ਉਹ ਕਰਨਾ। ਕੀ ਉਹ ਪਰਿਵਾਰ ਅੱਜ ਸਾਡੇ ਬਾਰੇ ਇਹਨਾਂ ਦੀ ਔਕਾਤ ਕਰਕੇ, ਕਰਤੂਤਾਂ ਦੀ ਵਜ੍ਹਾ ਕਰਕੇ ਕੀ ਸੋਚਦੇ ਹੋਣਗੇ? ਅਸੀਂ ਇਹਨਾਂ ਕਰਕੇ ਆਪਣੇ ਪੁੱਤ ਦਿੱਤੇ ਹੈਗੇ ਸੀ, ਸਿੱਖ ਬਣਾ ਦਿੱਤੇ ਹੈਗੇ ਸੀ। ਬਿਲਕੁਲ ਇੱਕ ਬੜੇ ਯੋਜਨਾਬੱਧ ਤਰੀਕੇ ਨਾਲ ਜਿਹੜੀ ਨਫ਼ਰਤ ਪੈਦਾ ਕੀਤੀ ਜਾ ਰਹੀ ਆ। ਇਹਨਾਂ ਲੋਕਾਂ ਨੇ ਜਿਹੜੀ ਨਫ਼ਰਤ ਦਾ ਆਲਮ ਇਹ ਹੋ ਗਿਆ ਵਾ ਕਿ ਤੁਸੀਂ ਗੁਰੂ ਘਰ ਵੀ ਜਾਓ ਤੇ ਤੁਹਾਡੇ ਕੰਨ ਤਰਸ ਜਾਂਦੇ ਨੇ ਕੋਈ ਰੱਬ ਦੀ ਗੱਲ ਸੁਣਨ ਵਾਸਤੇ। ਜਿਹੜੇ ਗੁਰੂ ਨਾਨਕ ਦਾ ਦਰ ਘਰ ਸੀ, ਜਿਨ੍ਹਾਂ ਦਾ ਜਿਹਦੇ ਬਾਰੇ ਚ ਪਾਤਸ਼ਾਹ ਕਹਿੰਦੇ ਵੀ ਜਿਹ ਦਰ ਆਵਤ ਜਾਤ ਕੋ ਹਟਕੇ ਨਾ ਹੀ ਕੋਈ, ਸੋ ਦਰ ਕੈਸੇ ਛੁੱਡੀਏ ਜੋ ਦਰ ਐਸਾ ਹੋਏ। ਗੁਰਦੁਆਰੇ ਹੋਏ ਸੋਝੀ ਪਾਏ, ਜਿੱਥੋਂ ਸੋਝੀ ਪਾਉਣੀ ਸੀ ਨਾ ਇਸ ਦੁਨੀਆ ਦੀ, ਇਹਦੇ ਤੋਂ ਅਗਲੇ ਜਿਹੜੇ ਮੁਕਾਮਾਂ ਦੀ, ਉਹ ਇੱਕ ਤਰ੍ਹਾਂ ਦੀ ਜਿਹੜੀਆਂ ਨਫ਼ਰਤ ਦੇ ਕਾਰਖਾਨੇ ਬਣਾਤੇ ਨੇ, ਹੇਠ ਦੀਆਂ ਫੈਕਟਰੀਆਂ ਬਣਾਤੇ ਨੇ ਨਾ। ਤੁਸੀਂ ਉੱਥੇ ਜਾ ਕੇ ਜਿਹੜੇ ਸਾਡੇ ਪ੍ਰਚਾਰਕ ਨੇ ਉਹ ਵੀ ਜਿਉਂ ਸਟੇਜ ਤੇ ਚੜ੍ਹਦੇ ਨੇ ਇੱਕ ਮਜੀਦ ਕਿਸਮ ਦੀ ਜ਼ਹਿਰ ਉਗਲਣੀ ਸ਼ੁਰੂ ਕਰ ਦਿੰਦੇ ਨੇ। ਉਹ ਜਿਹੜਾ ਮੈਂ ਕਮ ਸੇ ਕਮ ਮੈਂ ਹੋ ਸਕਦਾ ਗਲਤ ਹੋਵਾਂ, ਪਰ ਮੇਰੇ ਤੇ ਕੰਨ ਤਰਸ ਜਾਂਦੇ ਨੇ ਰੱਬ ਦੀ ਕਿਤੇ ਕੋਈ ਗੱਲ ਸੁਣਨ ਨੂੰ। ਆਮ ਤੌਰ ਤੇ ਵਿਆਹ ਹੋ ਰਿਹਾ ਹੁੰਦਾ ਬੱਚੇ ਦਾ ਇੱਥੇ ਵੈਸਟ ਦੇ ਵਿੱਚ, ਨੌਜਵਾਨ ਲੜਕੀ ਦਾ, ਤੇ ਉੱਥੇ ਉਹ ਬੰਦਾ ਜਿਹੜੀ 1984 ਦੀ ਗਾਥਾ ਸੁਣਾ ਰਹੇ ਹੁੰਦੇ ਆ ਵੀ ਕਿਵੇਂ ਬੰਦੇ ਮਾਰੇ ਅੰਦਰੋਂ ਨਾ।
ਬੱਚਿਆਂ ਦਾ ਵਿਆਹ ਹੋ ਰਿਹਾ ਨਾ, ਉਹਨਾਂ ਨੂੰ ਕੋਈ ਤੁਸੀਂ ਕੋਈ ਆਪਣੇ ਤਜਰਬੇ 'ਚ ਉਹਨਾਂ ਨੂੰ ਕੋਈ ਗੱਲ ਸਾਂਝੀ ਕਰੋ ਕਿ ਇਹ ਚੰਗਾ ਪਤੀ ਕਿਵੇਂ ਬਣਨਾ, ਚੰਗੀ ਪਤਨੀ ਕਿਵੇਂ ਬਣਨਾ ਨਾ। ਇਹਨੇ ਵਿਚਾਰੀ ਨੇ ਕੰਮ ਕਰਿਆ ਕਰਨਾ ਵਾ ਤੇਰੇ ਨਾਲ, ਜੇ ਆਇਆ ਕਰੂ ਤੂੰ ਕਮ ਸੇ ਕਮ ਚਾਹ ਦਾ ਕੱਪ ਬਣਾ ਦਿਆ ਕਰ ਇਹਦੇ ਵਾਸਤੇ, ਸਬਜ਼ੀ ਚੀਰ ਕੇ ਰੱਖ ਦਿਆ ਕਰ ਤਾਂ ਕਿ ਇਹਦਾ ਥੋੜਾ ਵਰਕਲੋਡ ਘਟ ਜਾ ਕਰੇ ਨਾ। ਇੱਥੇ ਇਹਨੂੰ ਨਾਲ ਬਰਾਬਰ ਤੇ ਕੰਮ ਕਰਨਾ ਪੈਣਾ ਵੀ ਕਿਵੇਂ ਉਹਨੂੰ ਕਹਿੰਦੇ ਆ ਕਿ ਜਦੋਂ ਤੁਸੀਂ ਗੁਰਬਾਣੀ ਤੋਂ ਕਿਵੇਂ ਸੋਝੀ ਲੈਣੀ ਹੈਗੀ, ਜੇ ਕੱਲ ਨੂੰ ਤੁਹਾਡੇ 'ਚ ਦੋਵਾਂ ਜੀਆਂ 'ਚ ਕੋਈ ਖਟਾਸ ਪੈਂਦੀ ਆ ਜਾਂ ਕੋਈ ਪਰੇਸ਼ਾਨੀ ਆਉਂਦੀ ਆ, ਕਿਵੇਂ ਗੁਰੂ ਦੇ ਸ਼ਬਦ ਨਾਲ ਜੁੜ ਕੇ ਤੁਸੀਂ ਬਜਾਏ ਉਹਨਾਂ ਨੂੰ ਵੀ ਕੋਈ ਉਹਨਾਂ ਨੂੰ ਜੀਵਨ ਜਾਂਚ ਕੋਈ ਦੱਸਣ ਦੀ ਬਜਾਏ ਤੁਸੀਂ ਇਹ ਦੱਸ ਰਹੇ ਹੋ ਕਿ ਉੱਥੇ ਬੰਦੇ ਕਿੰਨੇ ਮਰੇ ਸੀ ਤੇ ਕਿੱਦਾਂ ਮਰੇ ਸੀ। ਕਿਉਂਕਿ ਹੈ ਇਹਨਾਂ ਲੋਕਾਂ ਕੋਲ ਬੇਸਿਕਲੀ ਹੈ ਹੀ ਨਹੀਂ ਹੋਰ ਕੁਝ। ਇਹਨਾਂ ਲੋਕਾਂ ਨੂੰ ਦੋ ਚਾਰ ਚੀਜ਼ਾਂ ਦੇ ਬਾਰੇ ਜਿਹੜਾ ਬੋਲਣਾ ਬੰਦ, ਇਹਨਾਂ ਨੇ ਪਾਬੰਦੀ ਲਾ ਦੇ ਤੇ ਆਹ ਲਫ਼ਜ਼ ਨਹੀਂ ਵਰਤਣੇ, ਆਹ ਲਫ਼ਜ਼ ਨਹੀਂ ਵਰਤਣੇ, ਤੁਸੀਂ 84 ਦੀ ਗੱਲ ਨਹੀਂ ਕਰਨੀ, ਖਾਲਿਸਤਾਨ ਦੀ ਗੱਲ ਬੋਲ ਹੀ ਨਹੀਂ ਸਕਦੇ ਕੁਝ ਲੋਕ। ਨਹੀਂ, ਦੂਜੀ ਗੱਲ ਇਹਦੇ ਨਾਲ ਤੁਸੀਂ ਦੇਖੋ, ਤੁਸੀਂ ਅਮਰੀਕਾ ਕੈਨੇਡਾ ਦੀ ਆਪਾਂ ਗੱਲ ਕਰਦੇ ਹੈਗੇ ਆ ਤੇ ਲੋਕਲ ਗੱਲ ਕਰਦੇ ਆ, ਸਭ ਤੋਂ ਇਤਿਹਾਸਕ ਜਿਹੜਾ ਗੁਰਦੁਆਰਾ ਸਾਹਿਬ ਜਿਹੜੇ ਹੈਗੇ ਸਾਡੇ ਗਦਰੀ ਬਾਬਿਆਂ ਨੇ, ਜਿਨ੍ਹਾਂ ਨੇ ਜਾ ਕੇ ਆਜ਼ਾਦੀ ਦੇ ਵਿੱਚ ਵੀ ਇੰਨਾ ਜ਼ਿਆਦਾ ਪਿੱਛੇ ਜਾ ਕੇ ਹਿੱਸਾ ਪਾਇਆ, ਸੋਹਣ ਸਿੰਘ ਪੱਕ ਨੇ ਹੋ ਗਏ ਹੈਗੇ, ਕਰਤਾਰ ਸਿੰਘ ਸਰਾਭੇ ਵਰਗੇ ਜਿਹੜੇ ਜਿੰਨੇ ਵੀ ਇੱਥੋਂ ਅਮਰੀਕਾ ਸਪੈਸ਼ਲੀ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ ਸਾਡੇ ਤੋਂ ਅੱਧੇ ਘੰਟਾ ਦੂਰ ਹੈਗਾ ਨਾ ਜੀ, ਸਟਾਕਟਨ ਦੇ ਵਿੱਚ ਗੁਰਦੁਆਰਾ ਸਾਹਿਬ ਬਣਦੇ ਹੈਗੇ ਨੇ। ਅੱਗੇ ਹੈਗਾ ਸਟਾਕਟਨ ਗੁਰਦੁਆਰਾ ਸਾਹਿਬ, ਇਤਿਹਾਸਕ ਗੁਰਦੁਆਰਾ ਹੈਗਾ, ਉਧਰੋਂ ਦੂਜੇ ਪਾਸੇ ਵੈਨਕੂਵਰ ਹੈਗਾ ਜੀ, ਠੀਕ ਹੈ। ਔਰ ਦੋਨੋਂ ਗੁਰਦੁਆਰਿਆਂ ਦੇ ਉੱਤੇ ਇਹਨਾਂ ਲੋਕਾਂ ਦਾ ਕਬਜ਼ਾ ਹੈਗਾ। ਮੈਂ ਨਹੀਂ ਕਹਿੰਦਾ ਹੈਗਾ ਵੀ ਉਹਨਾਂ ਦਾ ਅਧਿਕਾਰ ਉਹ ਹੈਗਾ ਜੇ ਉਹ ਜਾਂ ਉੱਥੇ ਕਮੇਟੀ ਉਹ ਰਨ ਕਰ, ਨਹੀਂ, ਉਹ ਕਬਜ਼ਾ ਹੈਗਾ ਜੀ। ਇਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਜਦੋਂ ਇਦਾਂ ਦੇ ਕਬਜ਼ੇ ਆਉਣਗੇ ਜਿਹੜੇ ਕਿ ਇਤਿਹਾਸਕ ਗੁਰਦੁਆਰਾ ਸਾਹਿਬ ਹੈਗੇ ਨੇ, ਜਿੱਥੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ, ਲੋਕੀ ਉੱਥੇ ਜਾ ਕੇ ਡੋਨੇਟ ਵੀ ਕਰਦੇ ਹੈਗੇ ਨੇ, ਇੱਕ ਇਹਨਾਂ ਦੇ ਲਈ ਇੱਕ ਪ੍ਰੋਪੋਗੰਡਾ, ਇੱਕ ਪਲੇਟਫਾਰਮ ਬਣ ਗਿਆ ਹੈਗਾ। ਆਉਣ ਵਾਲੇ ਸਮੇਂ ਦੇ ਵਿੱਚ ਕੀ ਤੁਹਾਨੂੰ ਲੱਗਦਾ ਹੈਗਾ ਵੀ ਸਾਡੀ ਜਨਰੇਸ਼ਨ ਕਦੇ ਇਹੋ ਜਿਹੇ ਲੋਕਾਂ ਦੇ ਹੁੰਦੇ ਜੋ ਇਹਨਾਂ ਦੀਆਂ ਕਰਤੂਤਾਂ ਹੈਗੀਆਂ ਨੇ ਕਦੇ ਗੁਰਦੁਆਰਾ ਸਾਹਿਬ ਜਾਣਗੀਆਂ, ਸਿੱਖੀ ਨਾਲ ਜੁੜਨਗੀਆਂ? ਜਿਹੜੀ ਨਾ ਲੀਡਰਸ਼ਿਪ, ਜਿਹੜੀ ਸਾਡੀ ਬਦਕਿਸਮਤੀ ਇਹਨੂੰ ਵੱਡੀ ਤਰਾਸਦੀ ਕੀ ਹੋ ਸਕਦੀ ਆ ਸਾਡੀ, ਵੀ ਅਸੀਂ ਕਹਿੰਦੇ ਆ ਵੀ ਸ਼੍ਰੋਮਣੀ ਕਮੇਟੀ ਨੇ ਕੁਝ ਨਹੀਂ ਹਾਸਲ ਕੀਤਾ। ਸਾਡਾ ਕੀ ਹਾਸਲ ਹੈ ਪਿਛਲੇ 30 ਸਾਲ ਦੇ ਵਿੱਚ? ਬਿਲਕੁਲ ਇੱਥੇ ਤਕਰੀਬਨ 3 ਗੁਰੂ ਘਰ ਨੇ ਸਾਡੇ, ਐਲ ਸਬਰਾਂਟੇ, ਸੈਨੋਜ਼ੇ ਤੇ ਫਰੀਮਾਂਟ। ਜੇ ਆਪਾਂ ਮੇਜਰ ਹੀ ਵੇਖ ਲਈਏ ਗੁਰੂ ਘਰ, ਮੇਰਾ ਖਿਆਲ ਕੰਬਾਈਨ ਜਿਹੜਾ ਰੈਵਨਿਊ ਇਹਨਾਂ ਦਾ $1 ਮਿਲੀਅਨ ਤੋਂ ਉੱਪਰ ਹੋਣਾ। ਪਿਛਲੇ 30 ਸਾਲ ਦੇ ਵਿੱਚ ਕਿੰਨੇ ਕੁ ਟ੍ਰੇਡ ਸਕੂਲ ਖੋਲੇ ਨੇ ਅਸੀਂ, ਕਿੰਨੇ ਕੁ ਇੱਥੇ ਕੀ ਸਾਡੀ ਜਿਹੜੀ ਪ੍ਰੋਗਰੈਸ ਆ ਨਾ। ਮੈਂ ਕੋਈ ਇੱਕ ਕਿਸੇ ਪਾਰਟੀ ਨੂੰ ਜਾਂ ਕਿਸੇ ਇੱਕ ਸੰਸਥਾ ਨੂੰ ਨਹੀਂ ਟਾਰਗੇਟ ਕਰ ਰਿਹਾ, ਐਜ਼ ਏ ਸਿੱਖ, ਐਜ਼ ਅ ਹੋਲ ਜਿਹੜਾ ਆਪਣਾ ਨਾਰਥਰਨ ਕੈਲੀਫੋਰਨੀਆ ਦੀ ਜਿਹੜੀ ਸਾਡੀ ਪ੍ਰੋਗਰੈਸ ਹੈ ਉਹ ਸਾਡੀ ਆਲਮੋਸਟ ਨਾਮਾਤਰ ਆ। ਇੱਕ ਸਕੂਲ ਨਹੀਂ ਉੱਥੇ ਜਿਹੜੀ ਸਾਡੀ ਆ ਪੰਜਾਬ ਦੇ ਵਿੱਚ, ਜਿਹੜੀ ਸਾਡੀ ਐਜੂਕੇਸ਼ਨ ਆ ਉਹ ਸਲੀਬੀਆਂ ਦੇ ਹੱਥਾਂ 'ਚ ਆ, ਈਸਾਈ ਭਾਈਚਾਰੇ ਦੇ ਹੱਥਾਂ 'ਚ ਆ, ਉਹਨਾਂ ਦੇ ਸਕੂਲ ਨੇ। ਅਸੀਂ ਹਮੇਸ਼ਾ ਗਿਲਾ ਕਰਦੇ ਹਾਂ ਵੈਸਟ ਦੇ ਵਿੱਚ ਅਸੀਂ ਕਿੰਨੇ ਕੁ ਸਕੂਲ ਖੋਲ ਲੈਨੇ ਆ ਕੇ। ਸਾਡੇ ਜਿਹੜੇ ਹਰ ਸਾਲ ਜਿੰਨੇ ਬੱਚੇ ਨੇ ਸਾਡੇ ਜਿਹੜੇ ਹਾਰਵਰਡ ਵਰਗੇ ਸਕੂਲਾਂ 'ਚ ਜਾਂਦੇ ਨੇ, ਆਕਸਫੋਰਡ ਜਾਂਦੇ ਨੇ, ਯੇਲ ਜਾਂਦੇ ਨੇ, ਉਹ ਕਦੇ ਵੇਖੇ ਨੇ ਗੁਰੂ ਘਰ ਦੇ ਵਿੱਚ ਇਨਵੋਲਵ ਹੋਏ ਬੰਦੇ? ਉਹਨਾਂ ਨੂੰ ਤੇ ਸਟੇਜ ਤੇ ਨਹੀਂ ਅਸੀਂ ਚੜ੍ਹਨ ਦਿੰਦੇ। ਸਟੇਜ ਤੇ ਉਹੀ ਬੰਦੇ ਨੇ, ਲਿਕਰ ਸਟੋਰਾਂ ਵਾਲੇ, ਟਰੱਕਿੰਗ ਕੰਪਨੀਆਂ ਵਾਲੇ, ਖੱਤਿਆਂ ਵਾਲੇ ਬੰਦੇ, ਜਿਨ੍ਹਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਇੰਨਾ ਤਾਂ ਪਤਾ ਵਾ ਵੀ ਅਮੀਰ ਕਿਵੇਂ ਹੋਣਾ ਵਾ, ਇੰਸ਼ੋਰੈਂਸਾਂ ਦੇ ਪੈਸੇ ਲੈ ਕੇ ਤੇ ਆ ਦੂਜੇ ਤੀਜੇ ਇਧਰੋਂ ਕੁੰਡੀਆਂ ਮਾਰ ਕੇ, ਡਿਸਕਾਊਂਟੀਆਂ ਮਾਰ ਕੇ, ਪਰ ਉਹ ਲੋਕਾਂ ਨੇ ਕਦੇ ਕੋਈ ਚੜ੍ਹਨ ਹੀ ਨਹੀਂ ਦਿੱਤਾ ਬੱਚਾ ਜਿਹੜਾ ਸਟੇਜ ਤੇ। ਸਾਡੇ ਬੱਚਿਆਂ ਨੇ, ਜਿਹੜੀ ਸਾਡੀ ਯੰਗ ਪੀੜ੍ਹੀ ਆ, ਜਿਹੜੇ ਸਾਡੇ ਹੁਣ ਬੱਚੇ ਅੱਜ ਟਾਪ ਦੀਆਂ ਯੂਨੀਵਰਸਿਟੀਆਂ 'ਚ ਜਾ ਰਹੇ ਨੇ, ਉਹ ਬੱਚੇ ਤੁਸੀਂ ਕਿਹੜੇ ਗੁਰਦੁਆਰੇ 'ਚ ਇਨਵੋਲਵ ਨੇ? ਹੈ ਕੋਈ ਗੁਰੂ ਘਰ ਦਾ ਕਿਸੇ ਦਾ ਪ੍ਰਧਾਨ ਜਾਂ ਕੋਈ ਸੈਕਟਰੀ ਬੱਚਾ ਜਿਹੜਾ ਹਾਰਵਰਡ 'ਚ ਗਿਆ ਹੋਵੇ ਜਾਂ ਆਕਸਫੋਰਡ ਗਿਆ ਹੋਵੇ, ਸਟੈਨਫੋਰਡ ਗਿਆ ਹੋਵੇ? ਨਹੀਂ, ਉਹ ਬੱਚਿਆਂ ਨੂੰ ਤਾਂ ਅਸੀਂ ਆਉਣ ਹੀ ਨਹੀਂ ਦਿੰਦੇ ਅੱਗੇ ਤਾਂ ਉਹੀ ਜਿਹੜੀ ਸਾਡੀ ਉੱਥੇ ਵਾਲੀ ਰਵਾਇਤੀ ਜਿਹੜੀ ਲੀਡਰਸ਼ਿਪ ਸੀਗੀ ਉਹ ਇੱਥੇ ਚੱਲ ਰਹੀ ਅੱਗੇ। ਪਰ ਇੱਥੇ ਤੁਸੀਂ ਬੜਾ ਸੋਹਣਾ ਕਿ ਕਈ ਲੋਕਾਂ ਨੂੰ ਇਸ ਚੀਜ਼ ਦੇ ਉੱਤੇ ਮਿਰਚਾਂ ਵੀ ਲੱਗਣੀਆਂ ਹੈਗੀਆਂ ਨੇ, ਪਰ ਤੁਸੀਂ ਜਿਹੜੀ ਗੱਲ ਕਰ ਰਹੇ ਹੈਗੇ ਨਾ ਵਾਕਈ ਹੁਣ ਹਿਟਿੰਗ ਇਟ ਵਿਲ ਹਿਟ ਵੈਰੀ ਹਾਰਡ ਟੂ ਸਮ ਪੀਪਲ। ਆਪਾਂ ਹਮੇਸ਼ਾ ਦਿਨ ਰਾਤ ਅਮਰੀਕਾ ਦੇ ਵਿੱਚ ਵੀ, ਆਪਾਂ ਅਮਰੀਕਾ ਕੈਨੇਡਾ ਦੇ ਵਿੱਚ, ਤੁਸੀਂ ਬਾਹਰਲੇ ਦੁਨੀਆ ਦੇ ਵਿੱਚ ਆਪਾਂ ਗੱਲ ਕਰਦੇ ਹੈਗੇ। ਦੇਖੋ ਜੀ, ਗੁਰਦੁਆਰੇ ਜਿਹੜੇ ਹੈਗੇ ਨੇ ਪੰਜਾਬ ਦੇ ਵਿੱਚ ਜਿਹੜਾ ਗੁਰਦੁਆਰੇ ਹੈਗੇ ਨੇ ਉਹ ਤਾਂ ਬਾਦਲਾਂ ਨੇ ਦੱਬ ਲਏ ਹੈਗੇ। ਆਪਾਂ ਹਮੇਸ਼ਾ ਲਾਉਨੇ ਨਾ ਆਮ ਰੂਟੀਨ ਦੇ ਵਿੱਚ ਹੁੰਦੀ ਹੈਗੀ ਵੀ SGPC ਤੇ ਉਹਨਾਂ ਦਾ ਕੰਟਰੋਲ ਹੈਗਾ, ਬਾਦਲਾਂ ਦਾ ਕਬਜ਼ਾ ਹੈ ਜੀ ਗੁਰਦੁਆਰਾ ਸਾਹਿਬ ਦੇ ਉੱਤੇ। ਕਿੰਨੇ ਕੁ ਗੁਰਦੁਆਰਾ ਸਾਹਿਬ ਹੈਗੇ ਨੇ ਜਿਹੜੇ ਕਿ SGPC ਦੇ ਅੰਡਰ ਹੈਗੇ ਨੇ? ਤੁਸੀਂ ਕਦੇ ਕੈਲਕੂਲੇਟ ਕਰੋ ਹੈਗੋ, ਜ਼ਿਆਦਾ ਮੈਜੋਰਿਟੀ ਪੰਜਾਬ ਦੇ ਵਿੱਚ ਹੀ ਹੈਗੇ ਨੇ, ਠੀਕ ਹੈ ਨਾ। ਪੰਜਾਬ ਦੇ ਵਿੱਚ ਵੀ ਸਾਰੇ ਗੁਰਦੁਆਰਾ ਸਾਹਿਬ ਉਹਨਾਂ ਦੇ ਥੱਲੇ ਨਹੀਂ ਆਉਂਦੇ ਹੈਗੇ। ਬਾਕੀ ਹਿੰਦੁਸਤਾਨ ਦੇ ਵਿੱਚ ਕਿੰਨੇ ਗੁਰਦੁਆਰੇ ਹੈਗੇ ਨੇ ਜਿਹੜੇ SGPC ਦੇ ਥੱਲੇ ਨਹੀਂ ਆਉਂਦੇ ਹੈਗੇ? ਜੇ ਇਹ ਆਪਾਂ ਇੱਕ ਨੈਰੇਟਿਵ ਬਣਾ ਲਓ, ਹਾਂਜੀ ਹਾਂ ਸਾਰਾ ਕੁਛ ਹੀ ਬਾਦਲਾਂ ਨੇ ਗੁਰਦੁਆਰੇ ਦੱਬ ਲਏ ਹੈਗੇ ਨਾ, ਉਹ ਤਾਂ ਇੱਕ ਨੈਰੇਟਿਵ ਹੈਗਾ। ਹੁਣ ਤੁਸੀਂ ਨੈਰੇਟਿਵ ਦਾ ਦੂਜਾ ਹਿੱਸਾ ਨਹੀਂ ਦੇਖਦੇ ਹੈਗੇ, ਜਿਹੜੀ ਅਸਲੀਅਤ, ਜਿਵੇਂ ਕਹਿੰਦੇ ਵੀ ਆਪਣੇ ਮੰਜੇ ਥੱਲੇ ਸੋਟੀ ਨਹੀਂ ਮਾਰਦੇ ਹੈਗੇ। ਤੁਸੀਂ ਇਹ ਦੇਖੋ ਅਮਰੀਕਾ ਕੈਨੇਡਾ ਦੇ ਵਿੱਚ ਗੁੰਡੇ ਲੋਕਾਂ ਨੇ ਕਿੰਨੇ ਗੁਰਦੁਆਰੇ ਦੱਬੇ ਹੋਏ ਹੈਗੇ ਨੇ। ਇੱਥੇ ਤਾਂ ਬਾਦਲਾਂ ਦਾ ਕੋਈ ਉਹ ਨਹੀਂ ਹੈਗਾ ਨਾ। ਇੱਥੇ ਤਾਂ ਫਿਰ ਆਪਾਂ ਕਹਿੰਦੇ ਹੈਗੇ ਵੀ ਹਾਂ ਜੀ ਉੱਥੇ RSS ਨੇ ਉਹ ਕਰਵਾ ਦਿੱਤੇ ਹੈਗੇ। ਮਹਾਰਾਜ ਇਸ ਮੁਲਕ ਦੇ ਵਿੱਚ ਜੇ ਤੁਸੀਂ ਰਹਿੰਦੇ ਹੈਗੇ ਹੋ, ਅਮਰੀਕਾ ਕੈਨੇਡਾ ਦੇ ਵਿੱਚ
ਜਿਨ੍ਹਾਂ ਮੁਲਕਾਂ 'ਚ ਤੁਸੀਂ ਰਹਿੰਦੇ ਹੈਗੇ ਹੋ, ਇਲਜ਼ਾਮ ਲਾਉਣ ਤੋਂ ਪਹਿਲਾਂ ਤੁਸੀਂ ਆਪਣੇ ਮੰਜੇ ਥੱਲੇ ਸੋਟੀ ਮਾਰੋ। ਜਿਹੜੇ ਇੱਥੋਂ ਵੀ ਜਿਹੜੇ ਗੁੰਡੇ ਲੋਕਾਂ ਨੇ ਇੱਥੇ ਗੁਰਦੁਆਰਾ ਸਾਹਿਬ ਦੇ ਉੱਤੇ ਵੀ ਕਬਜ਼ਾ ਕਰੀ ਬੈਠੇ ਹੈਗੇ ਨੇ, ਐਟਲੀਸਟ ਕਦੇ ਦੱਸੋ ਤੁਹਾਨੂੰ ਇੱਥੇ ਕਿਹੜੀ RSS ਹੈਗੀ ਤੁਹਾਡੀ ਜਿਹੜੀ ਦੂਜੀ ਪਾਰਟੀ ਨੂੰ ਸਪੋਰਟ ਕਰਦੀ ਹੈਗੀ, ਜੇ ਤੁਹਾਨੂੰ ਸਪੋਰਟ ਕਰਦੀ ਹੈਗੀ ਹੈ। ਤੁਸੀਂ ਵੀ ਤਾਂ ਇੱਥੇ ਉਹੀ ਗੁੰਡਾਗਰਦੀ ਬਹੁਤ ਲੋਕਾਂ ਨੇ ਕਰੀ ਹੋਈ ਹੈ। ਮੇਰਾ ਮਤਲਬ ਇਹ ਨਹੀਂ ਹੈਗਾ ਵੀ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੈਗਾ, ਬਹੁਤ ਲੋਕਾਂ ਨੇ ਗੁਰਦੁਆਰੇ ਦੇ ਵਿੱਚ ਸਿੱਖਾਂ ਦੇ ਭੇਸ ਦੇ ਵਿੱਚ ਬਹੁਤ ਜ਼ਿਆਦਾ ਗੁੰਡੇ ਲੋਕੀ ਐਂਟਰ ਕਰ ਚੁੱਕੇ ਹੈਗੇ ਨੇ। ਅਸੀਂ ਅੱਖਾਂ ਨਾਲ ਦੇਖਦੇ ਹੈਗੇ ਹਾਂ। ਇਹਦੀ ਐਗਜ਼ਾਮਪਲ ਇਹ ਹੈਗੀ ਹੈ, ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਕਦੇ 1 ਸਾਲ ਦੀ ਤੁਸੀਂ ਇਨਵੈਸਟੀਗੇਟ ਕਰਵਾ ਲਓ ਹੈਗੋ ਕਿਸੇ ਵੀ ਇੰਡੀਪੈਂਡੈਂਟ ਏਜੰਸੀ ਤੋਂ, ਕਿਸੇ ਵੀ ਇੰਡੀਪੈਂਡੈਂਟ ਕਿਸੇ ਰਿਪੋਰਟਰ ਤੋਂ। ਤੁਸੀਂ ਇਹ ਦੇਖ ਲਓ ਸਿੱਖਾਂ ਦਾ ਜਿਹੜਾ ਪੈਸਾ ਹੈਗਾ ਹਰ ਸਾਲ ਸਾਰੇ ਗੁਰਦੁਆਰਿਆਂ ਦੇ ਵਿੱਚ ਲੀਗਲ ਫੀਸ 'ਤੇ ਕਿੰਨਾ ਜਾਂਦਾ ਹੈਗਾ। ਉਹ ਜਿਸ ਦਿਨ ਤੁਹਾਨੂੰ ਉਹ ਸਮਝ ਕੇ ਆ ਗਿਆ ਹੈਗਾ ਨਾ, ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ, ਉਸ ਚੀਜ਼ ਦੇ ਉੱਤੇ ਤੁਸੀਂ ਜ਼ਰੂਰ ਦੱਸੋ ਹੈਗੋ ਵੀ ਤੁਸੀਂ ਇੱਕ ਗੁਰਦੁਆਰੇ ਨਹੀਂ ਚਲਾ ਸਕਦੇ ਹੈਗੇ। ਆ ਜਿਹੜੇ ਸੋ ਕਾਲਡ ਖਾਲਿਸਤਾਨੀ ਆਪਣੇ ਆਪ ਨੂੰ ਕਹਾਉਂਦੇ ਹੈਗੇ ਨੇ, ਜਿਹੜੇ ਕਹਿੰਦੇ ਨੇ ਅਸੀਂ ਦੇਸ਼ ਤੋੜ ਕੇ ਸਾਨੂੰ ਉਹ ਕਰਨਾ ਹੈਗਾ, ਤੁਸੀਂ ਇੱਥੋਂ ਦੇ ਲੋਕਲ ਗੁਰਦੁਆਰੇ ਨਹੀਂ ਤੁਸੀਂ ਸੰਭਾਲ ਸਕਦੇ ਹੈਗੇ। ਤੁਸੀਂ ਕਿਤੇ ਬੈਠ ਕੇ 2 ਧਿਰਾਂ ਦਾ ਸਮਝੌਤਾ ਕਰਾ ਕੇ ਉਹਨਾਂ ਨੂੰ ਇੱਕ ਚੰਗਾ ਜਿਹੜੀ ਗੁਰਦੁਆਰਾ ਸਾਹਿਬ ਦੀ ਕਮੇਟੀ ਨਹੀਂ ਉਹ ਕਰਵਾ ਸਕਦੇ ਹੈਗੇ। ਤੁਸੀਂ ਵੱਡੇ ਖਾਲਿਸਤਾਨ ਦੀਆਂ ਗੱਲਾਂ ਕਰਦੇ ਹੈਗੇ ਹੋ, ਵੱਡੀਆਂ ਗੱਲਾਂ ਕਰਦੇ ਹੈਗੇ ਹੋ। ਤੁਹਾਨੂੰ ਜਿਹੜਾ ਹੈਗਾ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਹੁੰਦਾ ਹੈਗਾ, ਆਪਾਂ ਕਿਸੇ ਇੱਕ ਸਪੈਸੀਫਿਕ ਜਾਂ ਕਿਸੇ ਧਿਰ ਨੂੰ ਜਾਂ ਕਿਸੇ ਸਪੈਸੀਫਿਕ ਗੁਰਦੁਆਰਾ ਸਾਹਿਬ ਨਹੀਂ ਕਹਿੰਦੇ ਹੈਗੇ। ਮੈਜੋਰਿਟੀ ਤੁਹਾਨੂੰ ਕੀ ਲੱਗਦਾ ਹੈਗਾ ਵੀ ਬਾਕੀ ਜਿਹੜੀ ਗੁਰਦੁਆਰਾ ਸਾਹਿਬ ਦੀ ਇੱਥੇ ਜੋ ਰੋਲ ਹੋਣਾ ਚਾਹੀਦਾ ਸੀ ਸਿੱਖੀ ਨੂੰ ਪ੍ਰਮੋਟ ਕਰਨ ਦਾ, ਕੀ ਉਹ ਹੋ ਰਿਹਾ ਹੈਗਾ? ਜਾਂ ਅਸੀਂ ਜਦੋਂ ਫੇਲ ਹੋ ਜਾਂਦੇ ਹੈਗੇ ਆ, ਅਸੀਂ ਇੱਕ ਦੂਜੀ ਧਿਰ ਨੂੰ ਬਲੇਮ ਕਰ ਦਿੰਦੇ ਹਾਂ ਪਹਿਲੀ ਵੀ ਹਾਂ ਇਹ RSS ਨੇ ਕਰਾਤਾ ਜੀ, ਏਜੰਸੀਆਂ ਨੇ ਕਰਾਤਾ। ਚਾਹਲ ਸਾਹਿਬ, ਮੈਂ ਸਿੱਖਾਂ ਨੂੰ 3 ਹਿੱਸਿਆਂ 'ਚ ਵੰਡਦਾ ਜੀਓਗ੍ਰਾਫਿਕਲੀ। ਜਿਹੜਾ ਇੱਕ ਸਿੱਖਾਂ ਦਾ ਇੱਕ ਹਿੱਸਾ ਜਿਹੜਾ ਸਭ ਤੋਂ ਵੱਡਾ ਹਿੱਸਾ ਤੇ ਪੰਜਾਬ ਵਿੱਚ ਰਹਿ ਰਿਹਾ, ਜਿਹੜਾ ਕੋਈ 1 ਕਰੋੜ ਦੇ ਕਰੀਬ ਹੈ, ਇਹਦੇ ਤੋਂ ਥੋੜਾ ਉੱਪਰ। ਦੂਸਰਾ ਜਿਹੜਾ ਇੰਨੀ ਕੁ ਤਾਦਾਦ 'ਚ ਜਿਹੜਾ ਸਿੱਖ ਆ ਉਹ ਭਾਰਤ ਦੇ ਦੂਸਰੇ ਹਿੱਸਿਆਂ ਵਿੱਚ ਰਹਿੰਦਾ। ਜਿਹੜਾ ਤਕਰੀਬਨ ਬਾਕੀ ਦਾ ਜਿਹੜਾ 3 ਕਰੋੜ ਦੇ ਵਿੱਚੋਂ ਜਿਹੜਾ ਬਾਕੀ ਦਾ 70 ਕੁ ਲੱਖ ਸਿੱਖ ਆ, ਉਹ ਡਾਇਸਪੋਰੇ ਦੇ ਵਿੱਚ ਤੁਸੀਂ, ਮੈਂ ਤੇ ਹੋਰ ਜਿਹੜੇ ਸਾਡੇ ਭਰਾ ਨੇ ਜਰਮਨੀ, ਇੰਗਲੈਂਡ, ਆਸਟ੍ਰੇਲੀਆ 'ਚ ਰਹਿੰਦੇ ਨੇ ਨਾ। ਆਪਾਂ ਚਲੋ ਭਾਰਤ ਦੇ ਵਿੱਚ ਤੇ ਮੰਨ ਲੈਂਦੇ ਵੀ ਗੁਲਾਮ ਆ ਸਿੱਖ ਭਾਰਤ ਦੇ ਵਿੱਚ, ਤੇ ਹਾਂ ਇਹਨਾਂ ਦੇ ਕਹਿਣ ਮੁਤਾਬਕ ਵੀ ਆਪਾਂ ਮੰਨ ਲੈਂਦੇ ਵੀ ਗੁਲਾਮ ਨੇ ਨਾ ਸਿੱਖਾਂ ਨੂੰ। ਹਾਲਾਂਕਿ 2 ਦੇਸ਼ ਨੇ ਜਿਹੜਾ ਹਿੰਦੂ ਮੰਦਿਰਾਂ ਦਾ ਚੜਾਵਾ ਜਿਹੜਾ ਉਹ ਸਰਕਾਰ ਵੇਖਦੀ ਆ ਬਿਲਕੁਲ ਸਾਰਾ ਕੁਝ। ਸਾਡੇ ਜਿਹੜੇ ਗੁਰਦੁਆਰੇ ਨੇ ਉਹਦਾ ਪੈਸਾ ਕਿੱਥੇ ਖਰਚਣਾ, ਕਿੰਨੇ ਖਰਚਣਾ, ਉਹ ਸਾਨੂੰ ਹੀ ਪਤਾ। ਸਰਕਾਰ ਦੀ ਦਖਲਅੰਦਾਜ਼ੀ ਨਹੀਂ ਉਹਦੇ ਵਿੱਚ ਕੋਈ ਵੀ। ਦੂਸਰੇ ਪਾਸੇ ਜਿਹੜੀ ਸਾਡੀ ਗੁਆਂਢੀ ਸਟੇਟ ਆ, ਉੱਥੇ ਜਿਹੜੀ ਉਹ ਕਮੇਟੀ ਨੇ ਗੁਰਦੁਆਰੇ ਦੀ, ਉਹਦੇ ਕੋਈ 24 ਮੈਂਬਰ ਨੇ, ਤੇ 24 ਦੇ ਵਿੱਚੋਂ ਮੇਰੇ ਖਿਆਲ ਜਿਹੜੇ 8 ਜਿਹੜੇ ਪਰਮਾਨੈਂਟ ਮੈਂਬਰ ਨੇ ਉਹ ਸਰਕਾਰੀ ਮੈਂਬਰ ਨੇ, ਤੇ ਜਿਹੜੇ ਬਾਕੀ ਜਿਹੜੇ ਮੈਂਬਰ ਉੱਦਾਂ ਆਨਰੇਰੀ ਤੌਰ ਤੇ ਵਿੱਚ ਸ਼ਾਮਲ ਕੀਤੇ ਨੇ, ਜਿਨ੍ਹਾਂ ਦੇ ਹੱਥ ਵੱਸ ਕੁਝ ਨਹੀਂਗਾ। ਉਹਨਾਂ 16 ਦੇ ਵਿੱਚੋਂ ਵੀ ਜਿਹੜੇ 8 ਸਿੱਖ ਨੇ ਜਿਹੜੇ, ਔਰ ਉਹਨਾਂ ਨੂੰ ਇਹ ਨਹੀਂਗਾ ਵੀ ਜਿਹੜਾ ਤੁਸੀਂ ਉੱਥੇ 1 ਰੁਪਈਏ ਦਾ ਮੱਥਾ ਟੇਕਿਆ ਪਾਕਿਸਤਾਨ ਦੇ ਗੁਰਦੁਆਰੇ ਦੇ ਅੱਗੇ, ਗੁਰੂ ਘਰ ਦੇ ਅੱਗੇ, ਉਹ ਤੁਸੀਂ ਦੁਬਾਰਾ ਚੁੱਕ ਲਓ। ਉਹ ਨਹੀਂ ਚੁੱਕ ਸਕਦੇ, ਉਹ ਉਹਨਾਂ ਨੇ ਹੀ ਚਲਾਉਣਾ ਜਿਹੜਾ ਨਾ। ਤੇ ਚਲੋ ਖੈਰ ਮੰਨ ਲਿਆ ਵੀ ਅਸੀਂ ਗੁਲਾਮ ਭਾਰਤ ਦੇ ਵਿੱਚ ਆ। ਇੱਥੇ ਅਸੀਂ ਕਿਹਦੇ ਗੁਲਾਮ ਆ? ਬਿਲਕੁਲ। ਇੱਥੇ ਸਾਡੀ ਕੀ ਪ੍ਰਾਪਤੀ ਆ? ਹੁਣ ਹੋਰ 10 ਸਾਲਾਂ ਨੂੰ ਸਾਨੂੰ ਅੱਧੀ ਸਦੀ ਹੋ ਜਾਣੀ ਇੱਥੇ ਪ੍ਰਾਪੇਗੰਡਾ ਕਰਦਿਆਂ ਨੂੰ ਪੂਰਾ ਨਾ। ਇੱਥੇ ਦੱਸਦੇ ਨਾ ਵੀ ਇੰਗਲੈਂਡ ਦੇ ਵਿੱਚ, ਜਰਮਨੀ ਦੇ ਵਿੱਚ, ਫਰਾਂਸ ਦੇ ਵਿੱਚ, US ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਨਾ ਸਾਡੀ ਕੀ ਪ੍ਰਾਪਤੀ ਆ। ਕੈਨੇਡਾ ਦੇ ਵਿੱਚ ਸਾਡਾ 1 ਲੱਖ ਤੋਂ ਉੱਪਰ ਬੱਚਾ ਰਹਿ ਰਿਹਾ ਨਾ। ਗੱਲਾਂ ਅਸੀਂ ਕਰਦੇ ਯਹੂਦੀ ਭਾਈਚਾਰੇ ਦੀਆਂ। ਯਹੂਦੀਆਂ ਨੇ ਅੱਜ ਤੋਂ 1.5 ਸਦੀ ਪਹਿਲਾਂ 1875 ਦੇ ਲਾਗੇ ਇੱਕ ਫੰਡ ਸ਼ੁਰੂ ਕੀਤਾ ਸੀ, ਜੂਇਸ਼ ਐਜੂਕੇਸ਼ਨ ਫੰਡ। ਉਹਦੇ ਵਿੱਚ ਉਹਨਾਂ ਨੇ ਜਿਹੜੇ ਯਹੂਦੀ ਸੀ ਉਹਨਾਂ ਦੀ ਜਿਹੜੇ ਰੋਟੀ ਖਾਣ ਵਾਲੇ ਯਹੂਦੀ ਸੀ, ਉਹਨਾਂ ਬੰਦਿਆਂ ਨੇ ਜਿਹੜੇ ਘਰੋਂ ਸਰਦੇ ਪੁੱਜਦੇ ਸੀ, ਉਹਨਾਂ ਨੇ ਇੱਕ ਫੰਡ ਸ਼ੁਰੂ ਕੀਤਾ। ਉਸ ਫੰਡ ਦੇ ਤਹਿਤ ਜਿਹੜੇ ਗਰੀਬ ਯਹੂਦੀ ਸੀ ਉਹਨਾਂ ਦੀ ਪੜ੍ਹਾਈ ਦਾ ਖਰਚਾ ਚੁੱਕਿਆ ਉਹਨਾਂ ਨੇ। ਤੇ ਉਹਨਾਂ ਨੂੰ ਸ਼ਰਤ ਇਹ ਹੁੰਦੀ ਸੀ ਕਿ ਤੁਸੀਂ ਜਦੋਂ ਆਪਣੀ ਗ੍ਰੈਜੂਏਸ਼ਨ ਕਰ ਲਈ ਤੇ ਤੁਹਾਨੂੰ ਵਾਪਸ ਮੋੜ ਦਿਓ ਪੈਸੇ, ਜੇ ਨਹੀਂ ਵੀ ਮੋੜੇ ਤਾਂ ਕੋਈ ਗੱਲ ਨਹੀਂ ਕਿ ਯਹੂਦੀ ਪੜ੍ਹ ਗਿਆ, ਸਾਡੇ ਲਈ ਇਹੋ ਬੜੀ ਵੱਡੀ ਗੱਲ ਆ। ਔਰ ਅੱਜ ਸਾਡੇ ਜਿਹੜੇ ਬੱਚੇ ਨੇ, ਹਿਲਰੀ ਕਲਿੰਟਨ ਨੇ ਇੱਕ ਨਾ ਬੜੀ ਖੂਬਸੂਰਤ ਗੱਲ ਕਹੀ ਸੀ, ਉਹ ਕਹਿੰਦੀ ਇਟ ਟੇਕਸ ਅ ਵਿਲੇਜ ਟੂ ਰੇਜ਼ ਅ ਚਾਈਲਡ। ਜਿਹੜਾ ਬੱਚਾ ਵਾ ਉਹ ਪੂਰੇ ਪਿੰਡ ਦੀ ਜ਼ਿੰਮੇਵਾਰੀ ਹੁੰਦਾ, ਸਾਰੇ ਕੁਲਬੇ ਦੀ ਜ਼ਿੰਮੇਵਾਰੀ ਹੁੰਦਾ। ਜਿਹੜੇ ਹੁਣ ਸਾਡੇ ਬੱਚੇ ਨੇ, ਜਿਹੜਾ ਸਾਡਾ ਆਉਣ ਵਾਲਾ ਕੱਲ ਆ, ਜਿਹੜੇ ਸਾਡਾ ਭਵਿੱਖ ਨੇ, ਉਹ ਬੱਚੇ ਕਿਵੇਂ ਰੁਲਦੇ ਨੇ ਕੈਨੇਡਾ ਦੇ ਵਿੱਚ, ਕਿਵੇਂ ਰਾਂਦਾ ਇਹ ਦਰਗਾਹ ਹੋਏ ਨੇ, ਉਹਨਾਂ ਨੂੰ ਜਲੀਲ ਕੌਣ ਕਰਦਾ? ਸਾਡੇ ਬੱਚਿਆਂ ਨੂੰ ਉਹਨਾਂ ਤੇ ਜੌਬਾਂ ਖੋਣ ਦੀਆਂ ਦੋਸ਼ ਕੌਣ ਲਾਉਂਦਾ? ਕਦੇ ਕਿਸੇ ਕੈਨੇਡੀਅਨ ਨੇ ਤਾਂ ਨਹੀਂ ਲਾਏ, ਕਦੇ ਕਿਸੇ ਸੋਮਾਲੀ ਨੇ ਨਹੀਂ ਲਾਏ। ਉਹਨਾਂ ਦੀ ਨਫ਼ਰਤ ਦੇ ਪਾਤਰ, ਉਹ ਪੰਜਾਬੀਆਂ ਦੀ ਨਫ਼ਰਤ ਦੇ ਪਾਤਰ ਨੇ ਬੱਚੇ। ਮੈਂ ਮੰਨਦਾ ਬਹੁਤ ਗਲਤੀਆਂ ਕਰਦੇ ਨੇ, ਬਹੁਤ ਉਪੱਦਰ ਕਰਦੇ ਨੇ ਬੱਚੇ। 16, 17, 18 ਸਾਲ ਦਾ ਬੱਚਾ ਮਾਪਿਆਂ ਤੋਂ ਦੂਰ ਆ ਗਿਆ, ਉਹਨੂੰ ਆਬਵੀਅਸਲੀ ਉਹ ਆਪਣੀ ਮਰਜ਼ੀ ਕਰੂਗਾ। ਇਹਦੇ ਵਿੱਚ ਜਿਹੜੀ ਲੀਡਰਸ਼ਿਪ ਸੀਗੀ, ਲੀਡਰਸ਼ਿਪ ਕੋਈ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਮਾਰਨੇ ਨਹੀਂ ਗਏ।
ਲੀਡਰਸ਼ਿਪ ਕੋਈ 300 ਡਾਲਰ ਦਾ ਦੇ ਕੇ ਤੇ ਜਿਹੜੀਆਂ ਅਖਬਾਰਾਂ ਨੇ ਉਹਦੇ ਪੇਜ ਤੇ ਕੋਈ ਨਾਂ ਲਵਾ ਕੇ ਆਪਣੀ ਪੂਰੀ ਐਡ ਲਵਾ ਕੇ ਤੇ ਥੱਲੇ ਕਮਿਊਨਿਟੀ ਦੇ ਅੱਗੇ ਆਗੂ ਲਿਖਵਾ ਲੈਣਾ ਲੀਡਰਸ਼ਿਪ ਨਹੀਂ। ਲੀਡਰਸ਼ਿਪ ਭਾਈਚਾਰੇ ਦੇ ਵਿੱਚ ਇਨਵੋਲਵ ਹੋਣਾ, ਉਹਨਾਂ ਨੂੰ ਭਾਈਚਾਰੇ ਦੀਆਂ ਜਿਹੜੀਆਂ ਆਉਣ ਵਾਲੀਆਂ ਪ੍ਰੋਬਲਮ ਨੇ ਉਹਨਾਂ ਨੂੰ ਪਹਿਲਾਂ ਵੇਖ ਕੇ ਉਹਨਾਂ ਨੂੰ ਸੇਧ ਦੇਣਾ। ਕਿੰਨੇ ਕੈਨੇਡਾ ਦੇ ਵਿੱਚ ਅਸੀਂ ਬੱਚੇ ਸਾਂਭੇ ਨੇ ਨਾ, ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਕੈਨੇਡਾ ਦੀ ਉਹ ਲੈਫਟ ਤਾਂ ਬਹੁਤ ਦੂਰ ਆ, ਉਹ ਫਾਰ ਅਲਟਰਾ ਲੈਫਟ ਹੋ ਰਹੀ ਆ, ਜਿਹੜੀ ਸਿਧਾਂਤਾਂ ਤੋਂ ਵੀ ਪੂਰੀ ਤਰ੍ਹਾਂ ਟੁੱਟ ਚੁੱਕੀ ਆ, ਜਿਹੜੀ ਸਿੱਖ ਫਲਸਫੇ ਤੋਂ ਵੀ ਪੂਰੀ ਤਰ੍ਹਾਂ ਟੁੱਟ ਚੁੱਕੀ ਆ, ਉਹ ਆਲਮੋਸਟ ਵੈਸਟਰਨ ਹੋ ਚੁੱਕੀ ਆ। ਜਿਹਨੂੰ ਕੋਈ ਜੋੜੀ ਬੈਠਾ ਤੇ ਆ ਜਿਹੜੇ ਗੀਤਾਂ ਗੂਤਾਂ ਵਾਲੇ 4-5 ਜਿਹੜੇ ਜੋੜੀ ਬੈਠੇ ਮੂਸੇ ਵਾਲਾ 2-4 ਹੋ ਰਿਹਾ, ਇਹਨਾਂ ਕਰਕੇ ਪੰਜਾਬੀ ਕਲਚਰ ਨਾਲ ਜੁੜੇ ਨੇ। ਨਹੀਂ ਤੇ ਗੁਰਦੁਆਰਿਆਂ ਨੇ ਕੋਈ ਰੋਲ ਹੀ ਨਹੀਂ ਨਿਭਾਇਆ। ਉਹ ਸਾਡਾ ਭਵਿੱਖ ਆ, ਉਹ ਸਾਡਾ ਆਉਣ ਵਾਲਾ ਕੱਲ੍ਹ ਆ, ਉਹ ਸਾਡੇ ਆਉਣ ਵਾਲੇ ਦਿਨ ਮਹੀਨੇ ਸਾਲ ਨੇ। ਪਰ ਅਸੀਂ ਕੀ ਰੋਲ ਨਿਭਾਇਆ ਉਹਨਾਂ ਨੂੰ ਸਾਂਭਣ ਵਾਸਤੇ ਨਾ, ਕਿ ਕੋਈ ਪੋਜ਼ਿਟਿਵ ਰੋਲ ਨਿਭਾਇਆ ਹੋਵੇ। ਉਹਨਾਂ ਨੂੰ ਮਕਾਨ ਤੱਕ ਅਸੀਂ ਕਿਰਾਏ ਤੇ ਨਹੀਂ ਦਿੰਦੇ, ਠੀਕ ਆ। ਜਦੋਂ ਉਹ ਵੀ ਬੱਚੇ ਡੈਮੇਜ ਕਰਦੇ ਨੇ ਬਹੁਤ, ਜਿਹੜਾ ਉੱਥੇ ਭਾਈਚਾਰਾ ਰਹਿੰਦਾ, ਮੈਂ ਉਹਦੀਆਂ ਮਜਬੂਰੀਆਂ ਸਮਝਦਾ। ਪਰ ਸਾਡੀ ਲੀਡਰਸ਼ਿਪ ਨੇ ਕੀ ਰੋਲ ਨਿਭਾਇਆ ਉਹਨਾਂ ਬੱਚਿਆਂ ਨੂੰ ਗਾਈਡ ਕਰਨ ਵਾਸਤੇ? ਅੱਜ ਮੇਰੇ ਖਿਆਲ 5 ਲੱਖ ਦੇ ਕਰੀਬ ਬੱਚਾ ਵਾ ਜਿਹੜਾ ਉਹਦੇ ਚੋਂ, ਔਰ ਮੇਰਾ ਖਿਆਲ ਆ ਵੀ ਜਦੋਂ ਉਹਦੇ ਚੋਂ 20% ਨੇ ਆਪਣੀਆਂ ਜਿਹੜੀਆਂ 20% ਬੱਚੇ ਨੇ ਆਪਣੀ ਐਜੂਕੇਸ਼ਨ ਪੂਰੀ ਨਹੀਂ ਕਰ ਸਕਣੀ ਜਾਂ ਉਹਨਾਂ ਨੂੰ ਜੌਬ ਬਾਅਦ ਚ ਨਹੀਂ ਮਿਲਣੀ, ਔਰ ਉਹਨਾਂ ਚੋਂ ਇੱਕ ਵੱਡੀ ਗਿਣਤੀ ਨੇ ਜੁਰਮ ਵਾਲੇ ਪਾਸੇ ਨੂੰ, ਜੁਰਮ ਦੀ ਦੁਨੀਆ ਵਾਲੇ ਪਾਸੇ ਨੂੰ ਜਾਣਾ। ਸੋ ਜਿਹੜਾ ਸਾਡਾ ਭਵਿੱਖ ਆ, ਅਸੀਂ ਵਿਦੇਸ਼ਾਂ 'ਚ ਕਿੰਨਾ ਕੁ ਸਾਂਭ ਲਿਆ, ਭਾਰਤ 'ਚ ਚਲੋ ਅਸੀਂ ਗੁਲਾਮ ਆ, ਇੱਥੇ ਹੁਣ ਅਸੀਂ ਕਿਹਦੇ ਗੁਲਾਮ ਆ ਨਾ। ਨਹੀਂ ਬਿਲਕੁਲ, ਆਪਾਂ ਭਾਰਤ ਤੋਂ ਬਾਹਰ ਗੱਲ ਕਰ ਰਹੇ ਹਾਂ। ਹਾਂਜੀ, ਭਾਰਤ ਤੋਂ ਬਾਹਰ ਦੀ ਗੱਲ ਕਰ ਰਹੇ ਹਾਂ। ਆਪਾਂ ਪਾਕਿਸਤਾਨ ਦੀ ਵੀ ਗੱਲ ਕਰ ਲੈਣੇ ਹੈ, ਅਫਗਾਨਿਸਤਾਨ ਦੀ ਗੱਲ ਕਰ ਲਓ। ਪਾਕਿਸਤਾਨ ਦੇ ਵਿੱਚ ਸਾਡੇ ਸਿੱਖਾਂ ਦੇ ਹਿਊਮਨ ਜਿਹੜੇ ਰਾਈਟਸ ਹੈਗੇ ਨੇ, ਕੀ ਸਾਡੀਆਂ ਜਿਹੜੀਆਂ ਕੁੜੀਆਂ ਹੈਗੀਆਂ ਨੇ ਚੁੱਕੀਆਂ ਗਈਆਂ ਹੈਗੀਆਂ ਸੀ, ਜਿਹੜੇ ਨਨਕਾਣਾ ਸਾਹਿਬ ਦੇ ਗ੍ਰੰਥੀ ਦੀ ਜਿਹੜੀ ਲੜਕੀ ਚੁੱਕੀ ਗਈ ਹੈਗੀ ਸੀ, ਕੀ ਉਹ ਵਾਪਸ ਚਲੀ ਗਈ ਹੈਗੀ? ਕੀ ਉੱਥੇ ਅਫਗਾਨੀ ਜਿਹੜੇ ਹੈਗੇ ਸੀ ਉਹਨਾਂ ਤੇ ਵਕਤ ਪਿਆ ਹੈਗਾ ਤਾਂ ਉਹਦਾ ਕਿਹਨੇ ਸਾਥ ਦਿੱਤਾ ਹੈਗਾ? ਉਦੋਂ ਉਹ ਇਹਨਾਂ ਗੱਲਾਂ ਦਾ ਬਾਹਰ ਦੀ ਲੀਡਰਸ਼ਿਪ ਜਾਂ ਜਿਹੜੇ ਸੋ ਕਾਲਡ ਖਾਲਿਸਤਾਨੀ ਜਿਹੜੇ ਆਪਣੇ ਮੋਢਿਆਂ ਤੇ ਆਪਣੇ ਖਾਮਖਾ ਭਾਰ ਚੁੱਕੀ ਫਿਰਦੇ ਨੇ, ਟਟੀਰੀ ਵਾਂਗੂ ਵੀ ਸਾਡੀ ਤੋਂ ਬਿਨਾਂ ਸ਼ਾਇਦ ਅਸਮਾਨ ਨਾ ਗਿਰਜੇ ਥੱਲੇ, ਉਦੋਂ ਇਹ ਕੁਛ ਕਿਉਂ ਨਹੀਂ ਬੋਲਦੇ ਹੈਗੇ? ਉਦੋਂ ਇਹਨਾਂ ਦੀ ਜ਼ੁਬਾਨ ਕਿਉਂ ਬਿਲਕੁਲ ਹੀ ਚੁੱਪ ਹੋ ਜਾਂਦੀ ਹੈਗੀ? ਮੈਂ ਤਾਂ ਇੱਕ ਟਰਮ ਕੁਆਇਨ ਕੀਤੀ ਆ, ਸਿੱਖ ਲਾਮੀਏ। ਮੈਂ ਤੇ ਇਹਨਾਂ ਵਾਸਤੇ ਲਫ਼ਜ਼ੀ ਸਿੱਖ ਲਾਮ ਯੂਜ਼ ਕਰਦਾ ਵਾਂ ਵੀ ਇਹ ਸਿੱਖਾਂ ਦੇ ਲਿਬਾਦੇ ਵਿੱਚ, ਸਿੱਖਾਂ ਦੇ ਭੇਸ ਵਿੱਚ ਇਹ ਇਸਲਾਮ ਦੀ ਵਕਾਲਤ ਕਰਨ ਵਾਲੇ ਲੋਕ ਨੇ। ਸੋਸ਼ਲ ਮੀਡੀਆ ਤੇ ਕੋਈ ਮੇਰੇ ਖਿਆਲ ਤਕਰੀਬਨ 10 ਦਿਨ ਪਹਿਲਾਂ ਦੀ ਗੱਲ ਆ, ਮੈਨੂੰ ਕਿਸੇ ਬੰਦੇ ਨੇ ਦੱਸਿਆ ਵੀ ਇਸ ਰੂਮ ਦੇ ਵਿੱਚ ਇੱਕ ਪਾਕਿਸਤਾਨੀ ਬੰਦਾ ਵਾ, ਉਹ ਬੰਦਾ ਇੱਕ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਬਾਰੇ 'ਚ ਅਪਮਾਨਜਨਕ ਸ਼ਬਦਾਵਲੀ ਵਰਤਦਾ ਸੀ। ਮੈਂ ਚਲਾ ਗਿਆ ਉਸ ਰੂਮ ਦੇ ਵਿੱਚ, ਜਾ ਕੇ ਤੇ ਉਹਨਾਂ ਨਾਲ ਉਹਨਾਂ ਗੱਲਬਾਤ ਸ਼ੁਰੂ ਕੀਤੀ। ਮੈਂ ਕਿਹਾ ਵੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕਿਵੇਂ ਵੇਖਦੇ ਹੋ? ਕਹਿੰਦਾ ਵੀ ਉਹਨਾਂ ਨੇ ਠੀਕ ਕੀਤਾ, ਜੋ ਵੀ ਕੀਤਾ ਠੀਕ ਕੀਤਾ। ਮੈਂ ਕਿਹਾ ਵੀ ਮੇਰੇ ਮੁਤਾਬਕ ਮੁਹੰਮਦ ਮੁਸਤਫਾ ਅੱਲਾਹ ਸੁਭਾਨਹੁ ਤਾਲਾ ਦੇ ਰਸੂਲ ਨੇ, ਨਬੀ ਨੇ, ਮੈਂ ਮੰਨਦਾ। ਤੁਸੀਂ ਮੰਨਦੇ ਹੋ ਵੀ ਗੁਰੂ ਨਾਨਕ ਪਾਤਸ਼ਾਹ, ਕਿ ਗੁਰੂ ਨਾਨਕ ਪਾਤਸ਼ਾਹ ਆਪ ਨਿਰੰਕਾਰ ਰੂਪ ਨੇ? ਮੈਂ ਉਸ ਬੰਦੇ ਨੂੰ ਪੁੱਛਿਆ ਵੀ ਤੇਰੀ ਕੀ ਰਾਏ ਹੈ ਨਾ, ਵੀ ਤੁਸੀਂ ਗੁਰੂ ਨਾਨਕ ਨੂੰ ਨਬੀ ਮੰਨਦੇ ਹੋ? ਉਹ ਬੰਦੇ ਦਾ ਕਲੀਅਰ ਕੱਟ ਜਵਾਬ ਸੀ ਵੀ ਮੈਂ ਨਹੀਂ ਮੰਨਦਾ। ਉਸ ਬੰਦੇ ਦਾ ਇੱਕ ਹੋਰ ਬੰਦਾ ਆਇਆ, ਮੈਨੂੰ ਕਹਿੰਦਾ ਵੀ ਤੂੰ ਮੁਹੰਮਦ ਮੁਸਤਫਾ ਨੂੰ ਨਬੀ ਮੰਨਦਾ? ਮੈਂ ਕਿਹਾ ਹਾਂ, ਮੈਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਕਹਿੰਦੇ ਹੋ ਕਿ ਸਾਡੇ ਨਬੀ ਨੇ ਤੇ ਆਪਾਂ ਕੋਈ ਗੱਲ ਨਹੀਂ, ਆਪਾਂ ਨੂੰ ਕੋਈ ਇਤਰਾਜ਼ ਨਹੀਂ ਕਿ ਨਬੀ ਆਪਾਂ ਮੰਨ ਲੈਨੇ। ਮੈਨੂੰ ਕਹਿੰਦਾ ਵੀ ਜੇ ਤੂੰ ਮੁਹੰਮਦ ਮੁਸਤਫਾ ਨੂੰ ਨਬੀ ਮੰਨਦਾ ਤੇ ਤੂੰ ਗੁਰੂ ਨਾਨਕ ਨੂੰ ਕਿਵੇਂ ਮੰਨ ਸਕਦਾ? ਕਿਉਂਕਿ ਤੂੰ ਆਖਰੀ ਪੈਗੰਬਰ ਸਨ, ਉਹਨਾਂ ਤੋਂ ਬਾਅਦ ਤੇ ਕੋਈ ਪੈਗੰਬਰ ਹੀ ਨਹੀਂ ਹੋ ਸਕਦਾ, ਤੇ ਤੂੰ ਕਿਉਂ ਮੰਨਦਾ? ਔਰ ਮਜ਼ੇਦਾਰ ਗੱਲ ਵੇਖੋ, ਉਸੇ ਪਲੇਟਫਾਰਮ ਤੇ 6 ਕਿ 7 ਖਾਲਿਸਤਾਨੀ ਸਨ ਜਿਹੜੇ ਬਜਾਏ ਉਹਨਾਂ ਦੇ ਗਲ 'ਚ ਹੱਥ ਪਾਉਣ ਦੇ ਵੀ ਤੁਹਾਡੀ ਜੁਰਤ ਕਿੱਦਾਂ ਪਈ ਨਾ, ਤੁਸੀਂ ਸਾਡੇ ਪਾਤਸ਼ਾਹ ਦੇ ਬਾਰੇ 'ਚ ਇਹੋ ਜਿਹੀ ਸ਼ਬਦਾਵਲੀ ਵਰਤੋ, ਉਹ ਮੈਨੂੰ ਗਾਲਾਂ ਕੱਢ ਰਹੇ ਨੇ, ਉਹ ਮੈਨੂੰ ਗਾਲੀ ਗਲੋਚ ਕਰ ਰਹੇ ਨੇ। ਔਰ ਇੱਕ ਉਹਨਾਂ ਦੇ ਵਿੱਚੋਂ ਜਾਲੀ ਆਈਡੀਆਂ ਬਣਾ ਕੇ ਗਾਲਾਂ ਕੱਢਣ ਵਾਲਾ ਬੰਦਾ ਕਹਿੰਦਾ ਇਹ ਕਿਹੋ ਜਿਹਾ ਸਟੂਪਿਡ ਸਵਾਲ ਕੀਤਾ। ਆਪਣੇ ਗੁਰੂ ਦੀ ਸ਼ਾਨ ਦੀ ਗੱਲ ਕਰਨੀ, ਹਾਂ ਸਟੂਪਿਡ ਗੱਲ, ਹਾਂ ਖਾਲਿਸਤਾਨੀ ਡਿਫੈਂਡ ਕਰ ਰਿਹਾ ਔਰ ਪਾਕਿਸਤਾਨੀ ਧਰਮ ਦੀ ਗੱਲ ਹੋ ਰਹੀ। ਉਹਦੇ ਤੋਂ ਬਾਅਦ ਫਿਰ ਇੱਕ ਗਰੁੱਪ ਸੀਗਾ, ਇੱਕ ਦਿਨ ਇੱਕ ਗਰੁੱਪ ਦੇ ਵਿੱਚ ਉੱਥੇ ਇੱਕ ਬੰਦਾ, ਉਹਦਾ ਨਾਂ ਸੀ ਪ੍ਰੋਫੈਸਰ ਔਰੰਗਜ਼ੇਬ, ਔਰ ਉਹਨੇ ਔਰੰਗਜ਼ੇਬ ਆਲਮਗੀਰ ਦੀ ਤਸਵੀਰ ਲਾਈ ਸੀ। ਉਹ ਕਿਸੇ ਆਪਣੇ ਬੰਦੇ ਨਾਲ ਬਹਿਸ ਕਰ ਰਿਹਾ ਸੀ ਤੇ ਮੈਂ ਵੀ ਉੱਥੇ ਚਲਾ ਗਿਆ। ਮੈਂ ਉਹਨੂੰ ਪੁੱਛਿਆ ਵੀ ਤੇਰਾ ਨਾਂ ਵਾਕਈ ਔਰੰਗਜ਼ੇਬ ਆ? ਕਹਿੰਦਾ ਹਾਂ ਔਰੰਗਜ਼ੇਬ ਆ। ਮੈਂ ਕਿਹਾ ਵੀ ਇਹ ਫੋਟੋ ਆਲਮਗੀਰ ਦੀ ਔਰੰਗਜ਼ੇਬ ਦੀ? ਕਹਿੰਦਾ ਹਾਂ ਆਲਮਗੀਰ ਔਰੰਗਜ਼ੇਬ ਦੀ ਫੋਟੋ। ਮੈਂ ਕਿਹਾ ਵੀ ਤੇਰਾ ਹੀਰੋ ਹੈ? ਕਹਿੰਦਾ ਹਾਂ ਮੇਰਾ ਹੀਰੋ। ਮੈਂ ਵੀ ਚਲੋ ਔਰੰਗਜ਼ੇਬ ਦੇ ਬਾਰੇ 'ਚ ਗੱਲ ਕਰਦੇ ਹਾਂ। ਔਰੰਗਜ਼ੇਬ ਸਭ ਤੋਂ ਘ੍ਰਿਣਿਤ ਨੇਮ ਆ ਸਿੱਖਾਂ ਦੇ ਵਿੱਚ। ਇੱਥੋਂ ਤਾਂ ਇੰਨਾ ਘ੍ਰਿਣਿਤ ਆ ਵੀ ਤੁਹਾਨੂੰ ਕਿਸੇ ਵੀ ਸਿੱਖ ਦੇ ਬੱਚੇ ਦਾ ਤੇ ਕੀ ਕਿਸੇ ਕੁੱਤੇ ਦਾ ਨਾਮ ਹੀ ਔਰੰਗਜ਼ੇਬ ਨਹੀਂ ਰੱਖਿਆ ਮਿਲੂਗਾ ਨਾ। ਪਰ ਕਿਉਂਕਿ ਉਹਨਾਂ ਵਾਸਤੇ
ਜਿਹੜਾ ਮੁਸਲਿਮ ਭਾਈਚਾਰਾ ਵਾ ਉਹਨਾਂ ਵਾਸਤੇ ਉਹ ਸਤਿਕਾਰਯੋਗ ਆ। ਔਰੰਗਜ਼ੇਬ ਦੀ ਜਿਹੜੀ ਕਬਰ ਆ ਉੱਥੇ ਮੇਲਾ ਲੱਗਦਾ ਵਾ, ਉਰਸ ਹੁੰਦਾ ਵਾ ਔਰੰਗਾਬਾਦ ਦੇ ਵਿੱਚ, ਔਰ ਉਹਦੀ ਜਿਹੜੀ ਕਬਰ ਆ ਉਹਦੇ ਉੱਪਰ ਲਿਖਿਆ ਵਾ ਅਬੁਲ ਮੁਜ਼ੱਫਰ ਮੁਹੰਮਦ ਮੁਹੀਉਦੀਨ ਔਰੰਗਜ਼ੇਬ ਰਹਿਮਤੁल्लाह अलैह। ਸੋ ਉਹ ਤਾਂ ਪੀਰ ਦਾ ਉਹਨੂੰ ਰੁਤਬਾ ਦਿੰਦੇ ਨੇ। ਔਰ ਉਹ ਬੰਦਾ ਉੱਥੇ ਮੇਰੇ ਸਾਹਮਣੇ ਖਲੋਤਾ, ਸੋ ਮੇਰਾ ਕੁਦਰਤੀ ਖੂਨ ਵਾਲਾ ਮਾਰਦਾ। ਮੈਂ ਉਹਨੂੰ ਪੁੱਛਿਆ ਵੀ ਦੱਸ ਇਹਦੇ ਬਾਰੇ, ਤਾਂ ਔਰ ਮੈਨੂੰ ਉਹਨੂੰ ਉਸ ਪਾਕਿਸਤਾਨੀ ਜਾਂ ਉਸ ਇੰਡੀਅਨ ਮੁਸਲਮਾਨ ਨੂੰ ਜਿਹੜਾ ਔਰੰਗਜ਼ੇਬ ਨੂੰ ਆਪਣਾ ਹੀਰੋ ਮੰਨਦਾ, ਉਹਨੂੰ ਸਵਾਲ ਪੁੱਛਣ ਤੋਂ ਰੋਕਣ ਵਾਲੇ ਜਿਹੜੇ ਸੀ ਉਹ ਖਾਲਿਸਤਾਨ ਦੀਆਂ ਵੱਡੀਆਂ ਤੋਪਾਂ ਸਨ। ਵਾਓ। ਇੱਕ ਵੱਡੀ ਤੋਪ ਖਾਲਿਸਤਾਨ ਦੀ ਕਹਿੰਦੀ ਵੀ ਤੂੰ ਇਹ ਮਿਹਣੇ ਕਿਉਂ ਦੇ ਰਿਹਾ। ਮੈਂ ਕਿਹਾ ਵੀ ਵੇਖ ਮੇਰੇ ਭਰਾ, ਤੇਰੇ ਤੇ ਮੇਰੇ ਗੁਰੂ ਦੇ ਫਰਜ਼ੰਦਾਂ ਦੇ ਕਾਤਲ ਤੇ ਸਵਾਲ ਉਠਾਉਣੇ ਕਿਸ ਤਰ੍ਹਾਂ ਮਿਹਣਾ ਹੋਇਆ ਨਾ, ਉਹਦੇ ਵਾਸਤੇ ਮਿਹਣਾ ਹੋ ਸਕਦਾ, ਤੇਰੇ ਲਈ ਮਿਹਣਾ ਇਹ ਕਾਹਦਾ ਹੋ ਗਿਆ। ਜੇ ਮੈਂ ਕਿਹਾ ਫਿਰ ਜਦੋਂ ਤੂੰ ਸਿੱਖ ਲਾਮੀਆਂ ਕਹਿੰਦਾ ਵਾ ਤੇ ਫਿਰ ਤੁਸੀਂ ਮੇਰੇ ਗੱਲ ਪੈਂਦੇ ਜੇ, ਫਿਰ ਤੁਸੀਂ ਪਿੱਟਦੇ ਜੇ। ਹੁਣ ਜੇ ਮੈਂ ਕਹਿੰਦਾ ਵੀ ਤੁਸੀਂ ਹਮ ਬਿਸਤਰ ਜੇ ISI ਨਾਲ, ਤੁਸੀਂ ਮੁਸਲਮਾਨਾਂ ਨਾਲ ਹਮ ਬਿਸਤਰ ਜੇ, ਤੇ ਫਿਰ ਤੁਸੀਂ ਮੇਰੀ ਮੁਖਾਲਫਤ ਕਰਦੇ ਹੋ। ਹੁਣ ਤੂੰ ਇੱਥੇ ਵੇਖ ਲਾ। ਔਰ ਇਹਨਾਂ ਬੰਦਿਆਂ ਨੇ 10 ਕਿ 15 ਮਿੰਟ ਬਹਿਸ ਹੋਈ ਉੱਥੇ। ਇਹਨਾਂ ਬੰਦਿਆਂ ਨੇ ਉਸ ਬੰਦੇ ਨੂੰ, ਔਰੰਗਜ਼ੇਬ ਨੂੰ ਸਵਾਲ ਨਹੀਂ ਕਰਨ ਦਿੱਤਾ ਮੈਨੂੰ। ਉਹਨੂੰ ਇਹਨਾਂ ਥੱਲੇ ਸੁੱਟਤਾ, ਥੱਲੇ ਵੀ ਕਿਤੇ ਉਹਨੂੰ ਕਿਤੇ ਟੋਨੀ ਸਿੰਘ ਵੱਲ ਸਵਾਲ ਨਾ ਕਰ ਲਵੇ ਉਹਨੂੰ। ਸੋ ਇਹ ਬੰਦੇ ਕਿਸੇ ਹੋਰ ਦੀ ਲੜਾਈ ਲੜ ਰਹੇ ਨੇ। ਬੇਸ਼ੱਕ ਕਹਿ ਜ਼ਰੂਰ ਰਹੇ ਨੇ, ਆਖ ਰਹੇ ਨੇ ਕਿ ਅਸੀਂ ਸਿੱਖਾਂ ਵਾਸਤੇ ਲੜ ਰਹੇ ਹਾਂ, ਪਰ ਲੜਾਈ ਕਿਸੇ ਹੋਰ ਦੀ ਲੜ ਰਹੇ ਨੇ। ਇਹ ਨੇਬਰਿੰਗ ਸਟੇਟ ਜਿਹੜੀ ਸਾਡੀ ਡੀਪ ਸਟੇਟ ਆ, ਉਹਦੀ ਜਿਹੜੀ ਪ੍ਰੌਕਸੀ ਵਾਰ ਆ, ਉਹਨੂੰ ਲੜ ਰਹੇ ਨੇ। ਜਿਹੜਾ ਆਮ ਆਦਮੀ ਆ, ਆਮ ਜਿਹੜਾ ਸਿੱਖ ਆ, ਉਹਦੇ ਮਨ 'ਚ ਬੜੇ ਗਿਲੇ ਨੇ। ਉਹਦੇ ਮਨ 'ਚ ਜਿਹੜੀਆਂ ਸਿੱਖਾਂ ਨਾਲ ਜ਼ਿਆਦਤੀਆਂ ਹੋਈਆਂ ਨੇ ਉਹਦੇ ਦਿਲ 'ਚ ਅਜੇ ਵੀ ਸੁਲਗਦੀਆਂ ਨੇ, ਉਹਦਾ ਅੰਦਰ ਅਜੇ ਵੀ ਲਹੂ ਲੁਹਾਨ ਆ। ਪਰ ਉਹ ਜਿਹੜਾ ਖਾਲਿਸਤਾਨ ਦਾ ਇੱਕ ਵੱਖਰੇ ਮੁਲਕ ਵਾਲੀ ਹਾਮੀ ਨਹੀਂ ਭਰਦਾ ਆਮ ਬੰਦਾ, ਉਹਦੇ ਤੋਂ ਫਾਸਲਾ ਰੱਖਦਾ। ਪਿਛਲੇ 30 ਸਾਲ ਦੀਆਂ ਇਲੈਕਸ਼ਨਾਂ ਦਾ ਜਿਹੜਾ ਇਤਿਹਾਸ ਹੈ ਉਹ ਆਪਣੇ ਆਪ 'ਚ ਗਵਾਹੀ ਦਿੰਦਾ ਇਸ ਗੱਲ ਦੀ। ਲੋਕਾਂ ਦੇ ਮਨ 'ਚ ਰੋਸ ਜ਼ਰੂਰ ਹੈ, ਪਰ ਲੋਕ ਇੱਕ ਵੱਖਰਾ ਮੁਲਕ ਨਹੀਂ ਚਾਹੁੰਦੇ ਭਾਰਤ ਨਾਲੋਂ ਟੁੱਟ ਕੇ। ਉਹ ਸਿਰਫ ਇਹਨਾਂ ਹੀ ਲੋਕਾਂ ਦਾ ਪ੍ਰਾਪੇਗੰਡਾ। ਔਰ ਇਹਦਾ ਸਭ ਤੋਂ ਵੱਡਾ ਸਬੂਤ ਇਹ ਆ ਵੀ ਇਹਨਾਂ ਨੂੰ ਪ੍ਰਾਪੇਗੰਡੇ ਵਾਸਤੇ ਵੀ ਬੰਦੇ ਹਾਇਰ ਕਰਨੇ ਪੈ ਰਹੇ ਆ, ਕਿ ਉਹਨਾਂ ਨੂੰ ਇਨਸੈਂਟਿਵ ਦੇਣੇ ਪੈਂਦੇ ਆ ਵੀ ਤੁਸੀਂ ਆਹ ਕੰਮ ਕਰੋ, ਅਸੀਂ ਤੁਹਾਨੂੰ ਪੈਸੇ ਦੇਵਾਂਗੇ। ਟੋਨੀ ਸਾਹਿਬ, ਤੁਸੀਂ ਆਪਣੇ ਬੜੇ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਕੱਢਿਆ ਹੈਗਾ। ਮਿਹਰਬਾਨੀ। ਤੁਹਾਨੂੰ ਫੇਰ ਵੀ ਤਕਲੀਫ ਦੇਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਤੁਹਾਡੇ ਬਹੁਤ ਸੋਹਣੇ ਵਿਚਾਰ ਹੈਗੇ ਨੇ, ਡੂੰਘੇ ਵਿਚਾਰ ਹੈਗੇ ਨੇ, ਕਿਉਂਕਿ ਤੁਹਾਡੇ ਵਰਗੇ ਲੋਕਾਂ ਨੂੰ ਅੱਗੇ ਆ ਕੇ ਬੋਲਣਾ ਬਹੁਤ ਜ਼ਰੂਰੀ ਹੈਗਾ। ਮੈਂ ਤੁਹਾਡੇ ਇਸ ਵੀਡੀਓ ਦੇ ਵਿੱਚੋਂ ਹੋਰ ਵੀ ਤੁਹਾਡੇ ਮਿੱਤਰ ਹੈਗੇ ਨੇ, ਤੁਹਾਡੇ ਦੋਸਤ ਹੈਗੇ ਨੇ, ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਹੈਗੇ ਨੇ, ਕਿੱਥੇ ਵੀ ਰਹਿੰਦੇ ਹੈਗੇ ਨੇ। ਆਈ ਥਿੰਕ ਇਹ ਤੁਹਾਡੀ ਜ਼ਿੰਮੇਵਾਰੀ ਹੈਗੀ ਹੈ। ਇਹ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਹੈ, ਸਿੱਖੀ ਪ੍ਰਤੀ ਵੀ, ਸਿੱਖਾਂ ਪ੍ਰਤੀ ਵੀ, ਪੰਜਾਬੀਆਂ ਪ੍ਰਤੀ ਵੀ ਸੱਚ ਨੂੰ ਸੱਚ ਕਹੋ। ਉਹ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਹੈਗੀ। ਐਡੇ ਵੱਡੇ ਵੀ ਉਹ ਕੋਈ ਸਾਨ ਨਹੀਂ ਹੈਗੇ, ਜਿਹੜੇ ਸਰਕਾਰੀ ਸਾਨ ਨਹੀਂ ਹੈਗੇ, ਜਿਹੜੇ ਬਣੇ ਫਿਰਦੇ ਹੈਗੇ ਨੇ। ਐਡੀ ਕੋਈ ਗੱਲ ਨਹੀਂ ਹੁੰਦੀ ਹੈਗੀ। ਸੱਚ ਨੂੰ ਸੱਚ ਕਹੋ ਹੈਗੋ। ਆਉਣ ਵਾਲੀ ਜਨਰੇਸ਼ਨ ਨੂੰ ਬਚਾਉਣਾ ਸਾਡਾ ਉਹ ਵੀ ਇੱਕ ਬਹੁਤ ਵੱਡਾ ਧਰਮ ਹੈਗਾ। ਜੇ ਅੱਜ ਤੁਸੀਂ ਨਹੀਂ ਬੋਲੋਗੇ, ਕੱਲ੍ਹ ਨੂੰ ਤੁਹਾਡੇ ਬਿਹਾਫ ਦੇ ਉੱਤੇ ਆ ਕੇ ਕੋਈ ਹੋਰ ਨਹੀਂ ਬੋਲੂਗਾ ਹੈਗਾ। ਇਸ ਕਰਕੇ ਸੱਚ ਬੋਲਣਾ, ਜਿਸ ਤਰ੍ਹਾਂ ਟੋਨੀ ਸਾਹਿਬ ਨੇ ਜਿਹੜੀਆਂ ਬਹੁਤ ਸੋਹਣੀਆਂ ਗੱਲਾਂ ਕਹੀਆਂ ਹੈਗੀਆਂ ਨੇ, ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਇਸ ਤਰ੍ਹਾਂ ਦੀ ਇੰਟਰਵਿਊ ਵੀਡੀਓ ਦੇ ਉੱਤੇ ਪਾ ਕੇ ਲੋਕਾਂ ਨੂੰ ਬੜੀ ਇੰਸਪਾਇਰਿੰਗ ਜਿਹੜੇ ਮੈਸੇਜ ਹੈਗੇ ਨੇ ਉਹ ਜਾਣਗੇ ਹੈਗੇ। ਤੇ ਚਲੋ ਠੀਕ ਹੈ, ਅੱਜ ਦੇ ਲਈ ਇੰਨਾ ਤੁਸੀਂ ਇੱਥੇ ਆਪਾਂ ਬੰਦ ਕਰਦੇ ਹੈਗੇ ਆ। ਤੇ ਜ਼ਰੂਰ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਫਿਰ ਮਿਲਾਪ, ਆਪਣੇ ਸਰੋਤਿਆਂ ਨੂੰ ਤੁਹਾਡੇ ਨਾਲ ਰੂਬਰੂ ਕਰਾਵਾਂਗੇ। ਅੱਜ ਇੱਥੇ ਹੀ ਸਾਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।